ਮਾਊ ਪੀਊ ਖਰੀ ਪਿਆਰੀ, ਵਿੱਚ ਭਰਾਵਾਂ ਭੈਣੜੀ ਨਾਨਕ ਦਾਦਕ ਸਭ ਪਰਿਵਾਰੀ। ਬੜੀ ਸੋਹਣੀ ਗੱਲ ਭਾਈ ਗੁਰਦਾਸ ਸਾਹਿਬ ਨੇ ਇੱਦਾਂ ਬੋਲੀ ਹੈ, ਸਾਡੇ ਘਰਾਂ ਦੇ ਮਾਹੌਲ ਨੇ। ਔਰ ਮੈਂ ਇੱਥੋਂ ਇਹ ਗੱਲ ਨੂੰ ਸ਼ੁਰੂ ਕਰਾਂਗਾ। ਇਸਤਰੀਆਂ ਦੀ ਗਿਣਤੀ ਦਾ, ਔਰਤਾਂ ਦੀ ਗਿਣਤੀ ਦਾ ਘਾਟਾ ਨਹੀਂ ਹੈ ਦੇਸ਼ ਦੇ ਵਿੱਚ ਔਰ ਸੰਸਾਰ ਦੇ ਵਿੱਚ, ਪਰ ਜਿਸ ਤਰੀਕੇ ਦੀ ਇਸਤਰੀ ਜਾਂ ਇੱਦਾਂ ਕਹਿ ਲਓ ਵੀ ਮਾਡਲ ਜਿਹੜਾ ਹੈ ਉਹ ਸਾਡੇ ਸਾਹਮਣੇ ਸਤਿਗੁਰੂ ਰੱਖਣਾ ਚਾਹੁੰਦੇ ਨੇ, ਉਹਨਾਂ ਦਾ ਸਦਾ ਹੀ ਘਾਟਾ ਹੈ। ਬਹੁਤ ਵਿਰਲੇ ਘਰਾਂ ਦੇ ਵਿੱਚ ਤੇ ਬਹੁਤ ਵਿਰਲੀਆਂ ਬੀਬੀਆਂ ਇੱਦਾਂ ਦੀਆਂ, ਇਹ ਨਹੀਂ ਵੀ ਹੈ ਨਹੀਂ ਨੇ, ਹੈ ਨੇ, ਪਰ ਬਹੁਤ ਵਿਰਲੇ ਘਰ ਜਿਨ੍ਹਾਂ ਨੇ ਇਕੱਲੇ ਤੌਰ ਦੇ ਉੱਤੇ ਹੀ ਬਾਕੀ ਘਰ ਨੂੰ ਸਿੱਖੀ ਦੇ ਨਾਲ ਜੋੜ ਦਿੱਤਾ। ਬਹੁਤ ਵਿਰਲੇ ਘਰਾਂ ਦੇ ਵਿੱਚ। ਚਲੋ ਅਸੀਂ ਅੱਗੇ ਅੱਗੇ ਇਹਨਾਂ ਨੂੰ ਵਿਚਾਰਾਂਗੇ, ਪੁਰਾਣੇ ਤੋਂ ਲੈ ਕੇ ਨਵੇਂ ਸਮੇਂ ਤੱਕ। ਉਹ ਕਹਿੰਦੇ ਵੇਖੋ, ਪੇਵ ਕੜੈ ਕਰ ਲਾਡਲੀ, ਸਾਡੇ ਘਰਾਂ ਦੇ ਮਾਹੌਲ। ਪੇਕੇ ਘਰ ਦੇ ਵਿੱਚ ਜਦੋਂ ਸਾਡੀ ਭੈਣ ਜਾਂ ਸਾਡੀ ਬੱਚੀ ਹੁੰਦੀ ਹੈ ਨਾ, ਤਾਂ ਸਾਡੀ ਬੜੀ ਲਾਡਲੀ ਹੁੰਦੀ ਹੈ। ਮੈਂ ਸ਼ਾਇਦ ਪਰਸੋਂ ਵੀ ਇਸ ਗੱਲ ਨੂੰ ਪਹਿਲਾਂ ਬੋਲਿਆ ਸੀ ਕਿ ਜਿੱਦਣ ਬੰਦਾ ਵਿਆਹਿਆ ਜਾਂਦਾ, ਜ਼ਿੰਦਗੀ ਉਸੇ ਦਿਨ ਹੀ ਬਦਲ ਜਾਂਦੀ ਹੈ। ਪਹਿਲਾਂ ਤਾਂ ਬੰਦਾ ਬਰਾਬਰ ਦੀਆਂ ਮਰਜ਼ੀਆਂ ਕਰਦਾ ਹੈ, ਚਾਹੇ ਸਾਡੀ ਭੈਣ ਹੋਵੇ, ਸਾਡੀ ਬੱਚੀ ਹੋਵੇ। ਅਸੀਂ ਜਿੰਨਾ ਮਰਜ਼ੀ ਕਹਿ ਦਈਏ ਅੱਗੇ ਨਿਕਲ ਜਾਂਦੇ ਹਾਂ, ਪਰ ਜ਼ਿੰਦਗੀ ਤਾਂ ਬਦਲਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹ ਕਹਿੰਦੇ ਵੇਖੋ, ਮਾਊ ਪੀਊ ਖਰੀ ਪਿਆਰੀ, ਪਹਿਲੀ ਪੰਕਤੀ ਹੈ ਜੀ। ਮਾਤਾ ਤੇ ਪਿਤਾ ਦੀ ਬੜੀ ਪਿਆਰ ਵਾਲੀ ਬੱਚੀ ਹੈ ਉਹ, ਜਦੋਂ ਅਜੇ ਵਿਆਹੀ ਨਹੀਂ ਗਈ। ਪੇਵ ਕੜੈ ਕਰ ਲਾਡਲੀ, ਮਾਊ ਪੀਊ ਖਰੀ ਪਿਆਰੀ। ਫਿਰ ਕੀ ਹੈ? ਵਿੱਚ ਭਰਾਵਾਂ ਭੈਣੜੀ ਨਾਨਕ ਦਾਦਕ ਸਭ ਪਰਿਵਾਰੀ। ਭਰਾਵਾਂ ਦੇ ਵਿੱਚ ਉਹ ਇੱਦਾਂ ਦੀ ਭੈਣ ਹੈ ਜਿਹਦਾ ਟੌਰ ਵੀ ਪੂਰਾ ਹੈ ਤੇ ਜਿਹਦਾ ਮਾਣ ਵੀ ਪੂਰਾ ਹੈ। ਮੈਂ ਬੇਨਤੀ ਕਰ ਦੇਵਾਂ, ਠੀਕ ਹੈ ਸਮਾਜ ਦੇ ਵਿੱਚ ਕਈ ਇੱਦਾਂ ਦੇ ਘਰ ਹੋਣਗੇ ਜਿੱਥੇ ਬੱਚੀਆਂ ਨੂੰ ਰਿਸਪੈਕਟ ਨਹੀਂ ਦਿੱਤੀ ਜਾਂਦੀ ਹੋਵੇਗੀ। ਬਹੁਤ ਨੇ ਇਹੋ ਜਿਹੇ ਘਰ ਵੀ, ਪਰ ਇਹੋ ਜਿਹੇ ਘਰ ਵੀ ਬਹੁਤ ਨੇ। ਅਤੇ ਮੈਂ ਖੁਦ ਉਹਨਾਂ ਘਰਾਂ ਦੇ ਨਾਲ ਸੰਬੰਧ ਰੱਖਦਾ ਹਾਂ ਜਿੱਥੇ ਲੜਕਿਆਂ ਦੇ ਨਾਲੋਂ ਜ਼ਿਆਦਾ ਪੁੱਛ ਲੜਕੀਆਂ ਦੀ ਕੀਤੀ ਜਾਂਦੀ ਹੈ, ਜਿੱਥੇ ਲੜਕਿਆਂ ਦੇ ਨਾਲੋਂ ਜ਼ਿਆਦਾ ਗੱਲ ਲੜਕੀਆਂ ਦੀ ਸੁਣੀ ਜਾਂਦੀ ਹੈ ਵੀ ਜੋ ਉਹ ਕਹੇਗੀ ਪਹਿਲਾਂ ਉਹਨੂੰ ਪਹਿਲ ਦੇ ਤੌਰ ਦੇ ਉੱਤੇ ਮੰਨਿਆ ਜਾਵੇਗਾ। ਔਰ ਸਿਰਫ ਸਾਡਾ ਹੀ ਘਰ ਨਹੀਂ ਹੈ, ਬੜੇ ਘਰ ਇੱਦਾਂ ਦੇ ਨੇ, ਬੱਚੀ ਨੂੰ ਪਹਿਲ ਦੇ ਉੱਤੇ ਰੱਖਿਆ ਜਾਂਦਾ ਵੀ ਬੱਚੀ ਕੀ ਚਾਹੁੰਦੀ ਹੈ। ਔਰ ਹੋਣਾ ਵੈਸੇ ਬਰਾਬਰੀ ਦਾ ਇੱਦਾਂ ਹੀ ਹੋਣਾ ਚਾਹੀਦਾ ਵੀ ਇਹ ਨਾ ਹੋਵੇ ਵੀ ਇੱਕ ਦਾ ਸਾਰਾ ਕੁਝ ਹੀ ਮੰਨ ਲਵੇ ਅਤੇ ਦੂਜੇ ਦਾ ਕੁਝ ਵੀ ਨਾ ਸੁਣੋ। ਚਲੋ ਇਹ ਪਾਸੇ ਨੇ। ਵਿੱਚ ਭਰਾਵਾਂ ਭੈਣੜੀ, ਉਹ ਜਦੋਂ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਹੈ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਭੈਣਾਂ ਭਰਾਵਾਂ ਦੇ ਵਿੱਚ ਵੀ ਉਹਦਾ ਬੜਾ ਮਾਣ ਹੁੰਦਾ ਹੈ। ਨਾਨਕ ਦਾਦਕ ਸਭ ਪਰਿਵਾਰੀ, ਨਾਨਕੇ ਤੇ ਦਾਦਕਿਆਂ ਦੇ ਵਿੱਚ ਬੜੇ ਚੰਗੇ ਪਰਿਵਾਰ ਦੇ ਵਿੱਚ ਉਹ ਜਿਹੜੀ ਨਾ ਇੱਦਾਂ ਦੇ ਮਾਹੌਲ ਦੇ ਵਿੱਚ ਜੀਂਦੀ ਹੈ। ਚਲੋ ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਇਸ ਗੱਲ ਦਾ ਵੀ ਐਕਸਪੀਰੀਅੰਸ ਕੀਤਾ ਹੋਵੇਗਾ, ਬੀਬੀਆਂ ਦੇ ਵਿੱਚੋਂ ਜਿਹੜੀ ਘਰ ਦੀ ਪਹਿਲੀ ਪੋਤਰੀ ਹੁੰਦੀ ਹੈ, ਪਹਿਲੀ ਬੱਚੀ ਹੁੰਦੀ ਹੈ ਘਰ ਦੇ ਵਿੱਚ, ਅਤੇ ਜੇ ਨਾਨਕਿਆਂ ਵੱਲੋਂ ਵੀ ਪਹਿਲੀ ਦੋਤੀ ਹੋਵੇ ਤਾਂ ਸੁਭਾਵਿਕ ਜੀ ਗੱਲ ਹੈ ਉਹਦੀ ਬੜੀ ਕੇਅਰ ਕੀਤੀ ਜਾਂਦੀ ਹੈ ਅਤੇ ਬੜਾ ਧਿਆਨ ਰੱਖਿਆ ਜਾਂਦਾ ਇਸ ਪਾਸੇ ਤੋਂ। ਮੈਂ ਇਹ ਨਹੀਂ ਕਹਿੰਦਾ ਕਿ ਬਾਕੀਆਂ ਦਾ ਰੱਖਿਆ ਨਹੀਂ ਜਾਂਦਾ, ਪਰ ਜੋ ਮਾਣ ਉਹਨਾਂ ਨੂੰ ਆਪਣੀ ਪਹਿਲੀ ਦੋਤੀ ਦਾ ਹੁੰਦਾ ਨਾ, ਕਿਉਂਕਿ ਵਿਆਹ ਦੇ ਆਉਣਾ ਤੇ ਵੀ ਪਤਾ ਵੀ ਪਹਿਲੀ ਦੋਤੀ ਦਾ ਵਿਆਹ ਹੈ, ਹਰ ਗੱਲ 'ਤੇ ਪਹਿਲਾ ਪਾਸਾ ਆਵੇਗਾ ਨਾ ਵੀ ਇਹ ਪਹਿਲੀ ਦੋਤੀ ਵਿਆਹਣੀ ਹੈ ਜੀ, ਪਹਿਲੀ ਪੋਤਰੀ ਵਿਆਹਣੀ ਹੈ। ਉਹ ਹਰ ਚੀਜ਼ ਦੇ ਵਿੱਚੋਂ ਨਾ ਇੱਕ ਇੱਦਾਂ ਕਹਿ ਲਓ ਵੀ ਮਾਣ ਜਿਹਾ ਹੁੰਦਾ ਉਹਨੂੰ। ਨਾਨਕ ਦਾਦਕ ਸਭ ਪਰਿਵਾਰੀ, ਨਾਨਕੇ ਤੇ ਦਾਦਕਿਆਂ ਦੇ ਵਿੱਚ ਵੀ ਉਹਦਾ ਬੜਾ ਮਾਣ ਹੈ। ਫਿਰ ਕੀ ਹੈ? ਕਹਿੰਦੇ ਇੱਕ ਦਿਨ ਇੱਦਾਂ ਦਾ ਆ ਜਾਂਦਾ ਵੀ ਵਿਆਹੁਣ ਦੀ ਉਮਰ ਹੋ ਜਾਂਦੀ ਹੈ ਉਹਦੀ। ਲੱਖ ਖਰਚ ਵਿਵਾਹੀ ਹੈ, ਗਹਿਣੇ ਦਾਜ ਸਾਜ ਅਤ ਭਾਰੀ। ਇਹ ਦੁਨੀਆ ਦਾ ਇੱਕ ਨਿਯਮ ਬੋਲਦੇ ਪਏ ਨੇ ਜਿਹੜਾ ਆਮ ਚੱਲਦਾ ਹੈ। ਕਹਿੰਦੇ ਉਸੇ ਬੱਚੀ ਨੂੰ ਜਿਹੜੀ ਲਾਡਲੀ ਹੁੰਦੀ ਹੈ ਫਿਰ ਲੱਖਾਂ ਰੁਪਈਏ ਖਰਚ ਕੇ ਤੇ ਵਿਆਹ ਦਿੱਤਾ ਜਾਂਦਾ ਹੈ। ਇਹਦਾ ਮਤਲਬ ਹੈ ਉਦੋਂ ਵੀ ਇੰਨੇ ਖਰਚੇ ਜਾਂਦੇ ਰਹੇ ਨੇ। ਖਰਚਣਾ ਚਾਹੀਦਾ ਕਿ ਨਹੀਂ, ਇਹ ਇੱਥੇ ਇਹ ਗੱਲ ਨਹੀਂ ਕੀਤੀ ਜਾ ਰਹੀ। ਇੱਕ ਸਮਾਜ ਦੀ ਹਾਲਤ ਬੋਲੀ ਤੇ ਉਹਨੂੰ ਜੋ ਮਨ ਦੇ ਵਿੱਚ ਇੱਕ ਖੇਡ ਹੁੰਦੀ ਹੈ ਵੀ ਆਪਣੀ ਬੱਚੀ ਦੇ ਵਿਆਹ ਦੇ ਉੱਤੇ ਅਸੀਂ ਉਹਨੂੰ ਦੇਣਾ ਹੈ ਗਹਿਣੇ ਦਾਜ ਸਾਜ ਅਤ ਭਾਰੀ, ਉਹਨੂੰ ਸਮਾਨ ਵੀ ਦੇਣਾ ਹੈ। ਤੁਹਾਨੂੰ ਵੀ ਪਤਾ ਹੈ
ਬਿਸਤਰੇ ਦਿੱਤੇ ਜਾਂਦੇ ਰਹੇ ਨੇ ਬੱਚੀ ਨੂੰ ਉਹਦੇ ਸਹੁਰਿਆਂ ਦੇ ਘਰਾਂ ਦੇ ਵਿੱਚ ਜਾਣ ਦੇ ਲਈ, ਬਿਸਤਰੇ ਦੇਣੇ ਨੇ, ਚੀਜ਼ਾਂ ਦੇਣੀਆਂ ਨੇ। ਫਿਰ ਮੈਂ ਕਹਿ ਰਿਹਾ ਹਾਂ, ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ, ਇਹ ਬਾਅਦ ਦੀਆਂ ਗੱਲਾਂ ਨੇ। ਅਸੀਂ ਹਰ ਗੱਲ ਨੂੰ ਇੱਦਾਂ ਨਹੀਂ ਸੁੱਟ ਸਕਦੇ। ਦਾਜ ਨਹੀਂ ਦੇਣਾ ਚਾਹੀਦਾ ਤੇ ਨਾ ਹੀ ਮੰਗਣਾ ਚਾਹੀਦਾ ਹੈ, ਪਰ ਸੁਭਾਵਿਕ ਜੀ ਗੱਲ ਹੈ, ਜਿੱਦਣ ਸਾਡੀ ਭੈਣ ਜਾਂ ਸਾਡੀ ਬੱਚੀ ਜਿਹੜੀ ਹੈ ਉਹ ਸਾਡੇ ਘਰ ਦੇ ਵਿੱਚ ਆਉਂਦੀ ਹੈ, ਤੇ ਕਿਹੜਾ ਪਿਤਾ ਚਾਹੁੰਦਾ ਵਾ ਵੀ ਬੱਚੀ ਸਾਡੇ ਘਰ ਦੇ ਵਿੱਚ ਆਈ ਹੈ ਤੇ ਖਾਲੀ ਹੱਥੀ ਮੁੜ ਜਾਵੇ। ਜੋ ਕੁਝ ਉਹਦੇ ਕੋਲ ਹੋਵੇਗਾ ਕੁਝ ਨਾ ਕੁਝ ਤੈਨੂੰ ਦੇ ਕੇ ਤੋਰੇਗਾ ਹੀ ਨਾ। ਜਿੰਨਾ ਚਿਰ ਉਹ ਜਿਉਂਦੇ ਨੇ, ਜਿੰਨਾ ਚਿਰ ਉਹ ਹੈ ਨੇ, ਉਹ ਕਦੀ ਨਹੀਂ ਖਾਲੀ ਜਾਣ ਦੇਣਗੇ। ਕੁਝ ਨਾ ਕੁਝ ਉਹਨੂੰ, ਬੱਚਿਆਂ ਨੂੰ, ਜਾਂ ਉਹਨੂੰ ਕੁਝ ਨਾ ਕੁਝ ਦੇਣਗੇ ਹੀ ਦੇਣਗੇ। ਔਰ ਇਹ ਸਾਡਿਆਂ ਘਰਾਂ ਦੇ ਵਿੱਚ ਨਿਯਮ ਹੈ ਨੇ ਤੇ ਹੋਣੇ ਵੀ ਚਾਹੀਦੇ ਨੇ। ਤੇ ਹੋਇਆ ਕੀ ਹੈ, ਗਹਿਣੇ ਦਾਜ ਸਾਜ ਅਤ ਭਾਰੀ। ਚਲੋ ਉਹਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ, ਨਾਨਕਿਆਂ ਨੂੰ ਮਾਲਕ ਨੇ ਮੌਕਾ ਦਿੱਤਾ ਹੈ, ਤੇ ਉਹ ਮੌਕਿਆਂ ਦੇ ਉੱਤੇ ਉਹਦੇ ਲਈ ਚੀਜ਼ਾਂ ਵੀ ਲੈ ਕੇ ਚਲੇ ਗਏ। ਮੈਂ ਫਿਰ ਬੇਨਤੀ ਕਰ ਦੇਵਾਂ, ਮੈਂ ਪ੍ਰਮੋਟ ਨਹੀਂ ਕਰਦਾ ਪਿਆ ਇਹਨਾਂ ਚੀਜ਼ਾਂ ਨੂੰ ਵੀ ਚੀਜ਼ਾਂ ਦੇਣੀਆਂ ਨੇ, ਪਰ ਜਸਟ ਇੱਕ ਪਿਤਾ ਵਾਲੇ ਪਾਸੇ ਤੋਂ, ਇੱਕ ਭਰਾ ਵਾਲੇ ਪਾਸੇ ਤੋਂ ਇਸ ਗੱਲ ਨੂੰ ਸੋਚ ਕੇ ਚੱਲੀਏ ਨਾ, ਤੇ ਉਹਦੇ ਮਨ ਦੇ ਵਿੱਚ ਇਹ ਇੱਛਾ ਹੁੰਦੀ ਹੈ ਵੀ ਅਸੀਂ ਆਪਣੀ ਭੈਣ ਨੂੰ ਕੁਝ ਨਾ ਕੁਝ ਦੇਣਾ ਹੈ। ਇੱਕ ਪਿਤਾ ਦੇ ਮਨ 'ਚ ਇੱਛਾ ਹੁੰਦੀ ਹੈ ਵੀ ਅਸੀਂ ਆਪਣੀ ਬੱਚੀ ਨੂੰ ਕੁਝ ਦੇਣਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ, ਲੱਖ ਖਰਚ ਵਿਆਹੀ ਹੈ, ਗਹਿਣੇ ਦਾਜ ਸਾਜ ਅਤ ਭਾਰੀ। ਤੇ ਉਹੀ ਜਿਹੜੀ ਇੱਜ਼ਤ ਵਾਲੀ ਇਸਤਰੀ ਹੁੰਦੀ ਹੈ, ਜਿਹੜੀ ਧੀ ਬਣ ਕੇ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਹੈ, ਬੜੇ ਮਾਣ ਦੇ ਨਾਲ ਜਿਹੜੀ ਆਪਣੇ ਪੇਕੇ ਘਰ ਦੇ ਵਿੱਚ ਵਿਚਰਦੀ ਹੈ ਨਾ, ਉਸ ਬੱਚੀ ਨੂੰ ਜਦੋਂ ਪਹਿਲਾਂ ਹੀ ਇਸ ਗੱਲ ਨੂੰ ਸਿਖਾ ਦਿੱਤਾ ਜਾਂਦਾ ਹੈ ਵੀ ਬੇਟਾ ਸਹੁਰੇ ਘਰ ਦੇ ਵਿੱਚ ਜਾ ਕੇ ਕਿੱਦਾਂ ਰਹਿਣਾ ਹੈ, ਜਿਹਨੂੰ ਪਹਿਲਾਂ ਸਮਝਾ ਦਿੱਤਾ ਜਾਂਦਾ। ਤੇ ਸਮਝਾਉਣ ਦਾ ਮਤਲਬ ਇਹ ਨਹੀਂ ਹੁੰਦਾ ਜਿੱਦਾਂ ਅੱਜ ਕੱਲ੍ਹ ਦੀ ਵਿਆਖਿਆ ਇਹ ਕਹਿ ਦਿੱਤੀ ਜਾਂਦੀ ਹੈ ਨਾ ਵੀ ਤੂੰ ਨਾ ਡਰ ਕੇ ਰਹੀਂ। ਇਹ ਵਿਆਖਿਆ ਗਲਤ ਕੀਤੀ ਜਾਂਦੀ ਹੈ, ਮਾਫ਼ ਕਰਨਾ। ਮੈਂ ਨਹੀਂ ਕਹਿੰਦਾ ਵੀ ਉਹ ਦੱਬ ਕੇ ਰਵੇ, ਪਰ ਜਦੋਂ ਅਸੀਂ ਕਿਸੇ ਦੂਸਰੇ ਘਰ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਮਾਹੌਲ ਕੁਝ ਹੋਰ ਹੁੰਦੇ ਨੇ। ਇਹ ਸਿਰਫ ਇਹ ਨਹੀਂ ਵੀ ਸਾਡੀ ਬੱਚੀ ਨੂੰ ਬਦਲਣਾ ਪੈਂਦਾ ਹੈ, ਜਦੋਂ ਦੂਜਿਆਂ ਦੀ ਬੱਚੀ ਸਾਡੇ ਘਰ ਦੇ ਵਿੱਚ ਆਉਂਦੀ ਹੈ ਉਹਨੂੰ ਵੀ ਬਦਲਣਾ ਹੀ ਪੈਂਦਾ ਹੈ। ਜੋ ਮਰਜ਼ੀ ਕਹਿ ਰਹੀਏ ਸੀ, ਇਹ ਸਾਰਿਆਂ ਨੂੰ ਬਦਲਣਾ ਪੈਂਦਾ। ਤੇ ਮੈਂ ਕਹਾਂ ਵੀ ਮੇਰੀ ਧੀ ਨਾ ਬਦਲੇ ਤੇ ਨਹੁੰ ਮੇਰੀ ਸਾਰੀ ਬਦਲ ਜਾਵੇ, ਇੱਦਾਂ ਤੇ ਫਿਰ ਗੱਲ ਗਲਤ ਹੈ। ਸਾਹੁਰੜੈ ਕਰ ਮੰਨੀਐ ਸਣ ਖੱਤੀ ਪਰਿਵਾਰ ਸਧਾਰੀ। ਭਾਈ ਗੁਰਦਾਸ ਸਾਹਿਬ ਕਹਿੰਦੇ ਸਹੁਰੇ ਘਰ ਦੇ ਵਿੱਚ ਇਹੋ ਜਿਹੜੀ ਧੀ ਹੈ ਨਾ, ਉਹ ਮਾਣ ਪਾਉਂਦੀ ਹੈ। ਚਲੋ ਗੱਲਾਂ ਬਹੁਤ ਨੇ ਇਸ ਪਾਸੇ ਦੀਆਂ, ਮੈਂ ਇਸ ਕਰਕੇ ਸੰਖੇਪ ਕਹਿ ਦੇਵਾਂ। ਬੜਾ ਨਾ ਫਰਕ ਹੁੰਦਾ ਹੈ ਛੋਟੇ ਛੋਟੇ ਲਫ਼ਜ਼ਾਂ ਦੇ ਵਿੱਚ। ਕਿਸੇ ਨੂੰ ਕੁੜੀ ਕਹਿ ਕੇ ਆਵਾਜ਼ ਮਾਰ ਲੈਣੀ ਤੇ ਕਿਸੇ ਨੂੰ ਧੀ ਕਹਿ ਕੇ ਆਵਾਜ਼ ਮਾਰ ਲੈਣੀ, ਗੱਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅਰਥ ਇੱਕੋ ਹੀ ਨੇ। ਪੁੱਛ ਲਈ ਤੂੰ ਕਿਹਦੀ ਕੁੜੀ ਹੈ, ਵੀ ਤੂੰ ਕਿਹਦੀ ਧੀ ਹੈ। ਬੜਾ ਫਰਕ ਹੈ ਇਹਨਾਂ ਦੋਵਾਂ ਗੱਲਾਂ ਦੇ ਵਿੱਚ, ਇੱਕ ਰਿਸਪੈਕਟ ਹੈ ਇਹਨਾਂ ਗੱਲਾਂ ਦੇ ਵਿੱਚ। ਇਸ ਕਰਕੇ ਉਹ ਜਿਹੜੀ ਧੀ ਹੈ ਨਾ, ਉਹ ਬੱਚੀ ਜਿਹੜੀ ਹੈ ਸਹੁਰੇ ਘਰ ਦੇ ਵਿੱਚ ਵੀ ਬੜਾ ਮਾਣ ਪਾਉਂਦੀ ਹੈ। ਇੱਥੇ ਸਾਡੇ ਆਲੇ ਦੁਆਲੇ ਇੱਕ ਪ੍ਰਭਾਵ ਜਿਹਾ ਬਣ ਗਿਆ ਨਾ ਵੀ ਨਹੀਂ ਜੀ ਸਹੁਰੇ ਇੱਜ਼ਤ ਨਹੀਂ ਕਰਦੇ, ਫਲਾਣ ਨਹੀਂ ਕਰਦੇ। ਉਹਦੇ ਵਿੱਚ ਦੋਵੇਂ ਤਾੜੀਆਂ ਬਰਾਬਰ ਹੀ ਵੱਜਦੀਆਂ ਪਈਆਂ ਨੇ। ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਕਿਸੇ ਨੂੰ ਬੁਰਾ ਨਹੀਂ ਕਹਿ ਸਕਦੇ। ਪਰ ਇਹੋ ਜਿਹੇ ਘਰ ਵੀ ਤੇ ਹੈ ਜਿੱਥੇ ਸਾਡੀਆਂ ਭੈਣਾਂ ਤੇ ਧੀਆਂ ਜਾ ਕੇ ਰਾਜ ਕਰਦੀਆਂ ਪਈਆਂ ਨੇ। ਕਦੀ ਮਤਲਬ ਹੀ ਨਹੀਂ ਵੀ ਕਦੀ ਸਹੁਰਿਆਂ ਨੇ ਓਏ ਵੀ ਕਿਹਾ ਹੋਵੇ ਉਹਨਾਂ ਨੂੰ। ਉਹ ਵੀ ਤਾਂ ਸਾਡੇ ਸਮਾਜ ਦੇ ਵਿੱਚ ਘਰ ਨੇ ਜਿੱਥੇ ਬਿਲਕੁਲ ਮਾਣ ਮਿਲਿਆ ਪਿਆ ਵੀ ਕਦੀ ਕਿਸੇ ਨੇ ਓਏ ਕਿਹਾ ਹੀ ਨਹੀਂ ਵੀ ਇਹ ਕੰਮ ਕਿਉਂ ਕੀਤਾ ਜਾ ਰਿਹਾ, ਕੋਈ ਨਹੀਂ ਕਹਿੰਦਾ। ਸਾਹੁਰੜੈ ਕਰ ਮੰਨੀਐ, ਸਹੁਰੇ ਘਰ ਦੇ ਵਿੱਚ ਜਿਹਨੇ ਪੇਕੇ ਘਰ ਦੇ ਵਿੱਚ ਮਾਣ ਪਾਇਆ, ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੂੰ ਸਹੁਰੇ ਘਰ ਦੇ ਵਿੱਚ ਵੀ ਮਾਣ ਮਿਲ ਗਿਆ। ਸਣ ਖੱਤੀ ਪਰਿਵਾਰ ਸਧਾਰੀ। ਤੇ ਇੱਦਾਂ ਦੀ ਸੁਭਾਅ ਵਾਲੀ ਉਹ ਹੁੰਦੀ ਹੈ ਵੀ ਆਪਣੇ ਪਰਿਵਾਰ ਨੂੰ ਆਸਰਾ ਦੇ ਦਿੰਦੀ ਹੈ। ਬੇਨਤੀ ਕਰ ਦੇਵਾਂ, ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਕਹਾਣੀ ਪੜ੍ਹੀ ਸੀ, ਤੇ ਜਦੋਂ ਅਸੀਂ ਸਮਾਜ ਦੇ ਵਿੱਚ ਚੱਲਦੇ ਹਨ ਤੇ ਫਿਰ ਕਹਿ ਦੇਵਾਂ ਸਾਨੂੰ ਵੱਖਰੇ ਵੱਖਰੇ ਹਾਲਾਤ ਸਾਹਮਣੇ ਕਰਨੇ ਪੈ ਜਾਂਦੇ ਨੇ। ਕਿਸੇ ਵੇਲੇ ਸਾਨੂੰ ਉਸ ਘਰ ਦੇ ਵਿੱਚ ਵੀ ਬੱਚੀ ਵਿਆਹੁਣੀ ਪੈ ਜਾਂਦੀ ਹੈ, ਮਾਲਕ ਤੰਦਰੁਸਤੀ ਦੇਵੇ, ਜਿਸ ਘਰ ਦੇ ਵਿੱਚ ਸੱਸ ਚੜ੍ਹਾਈ ਕਰ ਚੁੱਕੀ ਹੁੰਦੀ ਹੈ। ਔਰ ਇੱਦਾਂ ਵੀ ਹੋ ਜਾਂਦਾ ਕਈਆਂ ਘਰਾਂ ਦੇ ਵਿੱਚ ਵੀ ਅਜੇ ਕੋਈ ਔਰਤ ਹੈ ਹੀ ਨਹੀਂ ਹੈ ਘਰ ਦੇ ਵਿੱਚ। ਮਾਂ ਸੀ, ਮਾਂ ਚੜ੍ਹਾਈ ਕਰ ਗਈ, ਦਾਦੀ ਸੀ, ਦਾਦੀ ਪਹਿਲਾਂ ਚੜ੍ਹਾਈ ਕਰ ਗਈ, ਘਰ ਦੇ ਵਿੱਚ ਬੰਦੇ ਹੀ ਰਹਿ ਰਹੇ ਨੇ। ਹੁਣ ਉਸ ਵੇਲੇ ਵਸਦੇ ਘਰ ਨੂੰ ਵਸਾ ਲੈਣਾ ਕੋਈ ਔਖਾ ਨਹੀਂ ਹੁੰਦਾ। ਵਸਦੇ ਘਰ ਦੇ ਵਿੱਚ ਬੰਦਾ ਆਪਣੇ ਆਪ ਨੂੰ ਨਾ ਢਾਲ ਲੈਂਦਾ ਵੀ ਚੱਲ ਕੋਈ ਨਹੀਂ, ਚੱਲਦਾ ਆ ਰਿਹਾ ਸੀ, ਇਹਨੂੰ ਇੱਦਾਂ ਕਰਨਾ। ਘਰ ਨੂੰ ਦੁਬਾਰਾ ਤੋਂ ਵਸਾਉਣਾ ਬਹੁਤ ਔਖਾ ਹੁੰਦਾ ਹੈ। ਤੇ ਜਿੰਨਾ ਮਰਜ਼ੀ ਬੰਦਾ ਕਮਾ ਲਵੇ, ਬੰਦਾ ਔਰਤ ਤੋਂ ਬਿਨਾਂ ਘਰ ਨਹੀਂ ਵਸਾ ਸਕਦਾ, ਭਾਵੇਂ 10 ਨੌਕਰਾਣੀਆਂ ਰੱਖ ਲਵੇ। ਘਰ ਜਦੋਂ ਵਸਾਵੇਗੀ ਉਹ ਘਰ ਵਾਲੀ ਹੀ ਵਸਾਵੇਗੀ ਘਰ ਨੂੰ। ਜਿੰਨੀਆਂ ਮਰਜ਼ੀ ਡਿੰਗਾ ਮਾਰ ਲਵੇ, ਮੈਂ ਇੰਨੀਆਂ ਨੌਕਰਾਣੀਆਂ ਰੱਖ ਕੇ ਕੰਮ ਕਰ ਲਾਂਗਾ, ਕੋਈ ਨਹੀਂ ਵਸਾ ਸਕਦਾ।
4 ਦਿਨ ਦੇ ਵਿੱਚ ਬੰਦਾ ਕਮਲਾ ਹੋ ਜਾਂਦਾ, ਤੁਸੀਂ ਕਿਤੇ ਪੜ੍ਹ ਕੇ ਵੇਖ ਲੈਣਾ। ਉਹ ਸਿਰਫ ਜ਼ਬਾਨੀ ਗੱਲਾਂ ਨੇ ਵੀ ਇੱਦਾਂ ਕਰ ਲਵਾਂਗੇ ਤੇ ਇੱਦਾਂ ਕਰ ਲਵਾਂਗੇ। ਹੁਣ ਉਹ ਜਿਹੜੀ ਹੈ ਵਸਦੇ ਘਰ ਦੇ ਵਿੱਚ ਚਲੀ ਗਈ ਵੀ ਦਾਦੀ ਘਰ ਸੰਭਾਲਦੀ ਸੀ, ਮਾਂ ਨੇ ਸੰਭਾਲ ਲਿਆ। ਮਾਂ ਤੋਂ ਬਾਅਦ 'ਚ ਨਹੁੰ ਨੂੰ ਹੌਲੀ ਹੌਲੀ ਜ਼ਿੰਮੇਵਾਰੀ ਆਈ ਵੀ ਚਲੋ ਬੱਚਿਆਂ ਦੇ ਵਿਆਹੁਣ ਤੱਕ ਅਜੇ ਦਾਦੀਆਂ ਜਿੰਦੀਆਂ ਸੀ, ਇਸ ਕਰਕੇ ਦਿੱਕਤ ਹੀ ਨਹੀਂ ਆਈ, ਕੋਈ ਪਰੇਸ਼ਾਨੀ ਨਹੀਂ ਆਈ। ਤੇ ਇਹੋ ਜਿਹੇ ਘਰ ਵੀ ਹੈ ਨੇ ਜਿੱਥੇ ਸੱਸ ਹੈ ਹੀ ਨਹੀਂ ਹੈ, ਬੱਚੇ ਨੂੰ ਸਾਰਾ ਜਾ ਕੇ ਘਰ ਸੰਭਾਲਣਾ ਪੈਂਦਾ, ਜ਼ਿੰਮੇਵਾਰੀ ਵੀ ਸੰਭਾਲਣੀ ਪਈ, ਘਰ ਦਾ ਹਿਸਾਬ ਕਿਤਾਬ ਵੀ ਰੱਖਣਾ ਪਿਆ, ਨਵੇਂ ਸਿਰੇ ਤੋਂ ਦੁਬਾਰਾ ਘਰ ਵਸਾਉਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਪਰਿਵਾਰ ਸੁਧਾਰੀ, ਪਰਿਵਾਰ ਨੂੰ ਆਸਰਾ ਦੇਣ ਵਾਲੀ ਹੈ ਉਹ। ਔਰ ਸਾਡੀਆਂ ਬੱਚੀਆਂ ਦੀ ਪੜ੍ਹਾਈ ਇੱਦਾਂ ਦੀ ਹੋਣੀ ਚਾਹੀਦੀ ਹੈ। ਠੀਕ ਹੈ, ਅਸੀਂ ਆਪਣੀਆਂ ਬੱਚੀਆਂ ਨੂੰ ਐਜੂਕੇਸ਼ਨ ਦਈਏ, ਘਰ ਦਾ ਬੇਸ ਸਾਡਾ ਇਹਨਾਂ ਦੇ ਉੱਤੇ ਖੜਾ ਹੋਇਆ ਹੈ। ਮੇਰੀ ਆਪਣੀ ਭੈਣ ਹੈ, ਮੈਂ ਉਹਨੂੰ ਵਿੱਚ ਰੱਖ ਕੇ ਗੱਲ ਕਰਾਂਗਾ। ਮੇਰੀ ਮਾਤਾ ਹੈ, ਮੈਂ ਉਹਨੂੰ ਵਿੱਚ ਰੱਖ ਕੇ ਗੱਲ ਕਰਾਂਗਾ। ਇਹ ਨਹੀਂ ਵੀ ਸਿਰਫ ਤੁਹਾਡੇ ਲਈ ਗੱਲਾਂ ਕਰਦਾ ਪਿਆ। ਇੱਕ ਹੁੰਦੀ ਹੈ ਅਕੈਡਮਿਕ ਸਟੱਡੀ, ਪੜ੍ਹਾਈ, ਜੰਮ ਕਰਾਓ ਤੇ ਜਿੰਨਾ ਮਰਜ਼ੀ ਪੜ੍ਹਾਓ, ਥੋੜ੍ਹਾ ਹੈ। ਬੱਚੀਆਂ ਪੜ੍ਹਾਉਣ ਤੋਂ ਮਹਾਰਾਜ ਨੇ ਕਿਤੇ ਨਹੀਂ ਰੋਕਿਆ। ਪਰ ਮੈਂ ਫਿਰ ਕਹਿ ਦੇਵਾਂ, ਜੇ ਬੱਚੀ ਨੂੰ ਆਪਣੇ ਬੱਚੇ ਦੀ ਰੋਟੀ ਪਕਾਉਣ ਲੱਗਿਆਂ ਹੀ ਦਿੱਕਤ ਆ ਜਾਂਦੀ ਹੈ, ਇਹੋ ਜਿਹੀ ਪੜ੍ਹਾਈ ਨੂੰ ਕੀ ਕਰਾਂਗੇ ਫਿਰ ਅਸੀਂ? ਇਹ ਤਾਂ ਪੜ੍ਹਾਈ ਕਾਹਦੀ ਹੋਈ? ਇਹ ਤਾਂ ਦਿਮਾਗ 'ਤੇ ਬਰਡਨ ਹੋ ਗਿਆ ਨਾ। ਉਹਨੂੰ ਅਸਲ ਦੇ ਵਿੱਚ ਪੜ੍ਹਾਉਣ ਦੇ ਨਾਲ ਨਾਲ ਉਹਦੀ ਕ੍ਰੀਏਟੀਵਿਟੀ ਵੱਲ ਵੀ ਧਿਆਨ ਰੱਖੋ। ਅੱਜ ਕੱਲ੍ਹ ਨਹੀਂ ਤੇ ਹਾਲਾਤ ਬੜੇ ਬਦਲਦੇ ਜਾ ਰਹੇ ਨੇ। ਅਸੀਂ ਜਿੰਨਾ ਮਰਜ਼ੀ ਕਹਿ ਦਈਏ, ਮੈਂ ਇਸ ਕਰਕੇ ਕਿਉਂਕਿ ਇਹ ਗੱਲਾਂ ਸਾਡੇ ਸਮਾਜ ਨਾਲ ਵੀ ਸੰਬੰਧ ਰੱਖਦੀਆਂ ਨੇ, ਸਾਡੀ ਮਾਤਾ ਨਾਲ ਵੀ ਸੰਬੰਧ ਰੱਖਦੀਆਂ ਨੇ। ਇਹ ਦੋ ਪੌੜੀਆਂ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਕੰਪਲੀਟ ਕਰਨ ਦੀ। ਹੁਣ ਤੁਸੀਂ ਇੱਕ ਨਾ, ਜਿੰਨਾ ਦਰਦ ਆਪਣੇ ਬੱਚੇ ਦੇ ਪ੍ਰਤੀ ਮਾਤਾ ਦਾ ਹੁੰਦਾ ਹੈ, ਉਹਨਾਂ ਕਿਸੇ ਦਾ ਨਹੀਂ ਹੁੰਦਾ। ਇਹ ਸਾਨੂੰ ਵੀ ਪਤਾ। ਮੈਂ ਥੋੜ੍ਹੇ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਉਸ ਮਾਂ ਦਾ ਬੱਚਾ ਉਹਦੀ ਆਪਣੀ ਗੋਦੀ ਦੇ ਵਿੱਚ ਕਿਤੇ ਗੰਦਗੀ ਕਰ ਦੇਵੇ, ਕੁਝ ਵੀ ਕਰ ਦੇਵੇ, ਸੰਭਾਲਦੀ ਹੈ ਨਾ ਮਾਂ, ਬਾਹਰੋਂ ਲਿਬੜਿਆ ਹੋਇਆ ਵੀ ਚੁੱਕ ਲੈਂਦੀ ਹੈ ਨਾ। ਉਸੇ ਮਾਤਾ ਦੀ ਗੋਦੀ ਦੇ ਵਿੱਚ ਕਿਸੇ ਦੂਸਰੇ ਦਾ ਬੱਚਾ ਆ ਕੇ ਕੁਝ ਕਰ ਦੇਵੇ, ਤੇ ਕਿੰਨੀਆਂ ਕੁ ਮਾਵਾਂ ਨੇ ਜਿਹੜੀਆਂ ਇਸ ਗੱਲ ਨੂੰ ਬਰਦਾਸ਼ਤ ਕਰਦੀਆਂ ਨੇ, ਫੜਾ ਦਿੰਦੀਆਂ ਨੇ ਨਾ ਵੀ ਚੁੱਕ ਆਪਣਾ ਬੱਚਾ ਸੰਭਾਲ ਲਾ। ਉਹਨੂੰ ਤਾਂ ਸੰਭਾਲਣਾ ਹੀ ਪੈਣਾ, ਉਹਨੂੰ ਸੰਭਾਲਣਾ ਪੈਣਾ ਕਿਉਂਕਿ ਉਹਦਾ ਆਪਣਾ ਹੈ। ਇੱਕ ਸੁਭਾਵਿਕ ਤੌਰ ਦੇ ਉੱਤੇ ਜਨਮ ਦੇਣ ਦੇ ਨਾਲ ਹੀ ਇੱਕ ਫੀਲ ਜੁੜ ਜਾਂਦਾ ਹੈ ਔਰਤ ਦੇ ਮਨ ਦੇ ਵਿੱਚ ਉਸ ਬੱਚੇ ਦੇ ਪ੍ਰਤੀ। ਕਿਤੇ ਨਹੀਂ ਕਿਤਾਬਾਂ 'ਚ ਇਹਦੀ ਵਿਆਖਿਆ ਮਿਲੇਗੀ ਵੀ ਬੱਚਾ ਭੁੱਖਾ ਹੈ ਤੇ ਮਾਂ ਰੋਟੀ ਕਿਉਂ ਨਹੀਂ ਖਾਂਦੀ। ਕੀ ਵਿਆਖਿਆ ਹੈ ਕਿਸੇ ਦੇ ਕੋਲ? ਕੋਈ ਵਿਆਖਿਆ ਹੀ ਨਹੀਂ ਹੈ। ਬੱਚਾ ਦੁਖੀ ਹੈ ਤੇ ਮਾਂ ਨੂੰ ਨੀਂਦ ਕਿਉਂ ਨਹੀਂ ਆ ਰਹੀ? ਕੀ ਵਿਆਖਿਆ ਹੈ ਕਿਸੇ ਦੇ ਕੋਲ? ਲਾਗੇ ਬੰਦਾ ਵੀ ਤਾਂ ਹੁੰਦਾ ਹੀ ਆਰਾਮ ਨਾਲ ਸੁੱਤਾ ਹੁੰਦਾ, ਕੋਈ ਦਿੱਕਤ ਹੀ ਨਹੀਂ, ਉਹਨੂੰ ਨੀਂਦ ਨਹੀਂ ਆਉਂਦੀ, ਤੁਸੀਂ ਵੇਖ ਲੈਣੀ। ਮੈਂ ਨਹੀਂ ਕਹਿੰਦਾ ਵੀ ਸਾਰੇ ਸੌਂ ਜਾਂਦੇ ਨੇ, ਪਰ ਵੇਖ ਲਓ ਤੁਸੀਂ, ਮਾਂ ਦੇ ਮੁਕਾਬਲੇ ਉਹਨੂੰ ਹਰ ਵਾਰੀ ਜਾਗ ਆ ਜਾਂਦੀ। ਰਾਤ ਅਕਸਰ ਸੁੱਤਿਆਂ ਬੱਚਾ ਰੋਂਦਾ ਹੈ ਸਭ ਤੋਂ ਪਹਿਲਾਂ, 99%। ਕਿਤੇ ਕਿਤੇ ਤਾਂ ਜ਼ਿਆਦਾ ਢੀਠਤਾਈਆਂ ਵੀ ਆ ਗਈਆਂ ਨੇ ਬੀਬੀਆਂ ਦੇ ਵਿੱਚ ਵੀ, ਉਹ ਵੀ ਗੱਲ ਨਾਲ ਹੀ ਹੈ, ਉਹ ਅਸੀਂ ਅੱਗੇ ਜਾ ਕੇ ਪੜ੍ਹਾਂਗੇ, ਪਰ ਉਹ ਗੱਲ ਅਜੇ ਸ਼ੁਰੂ ਨਹੀਂ ਕਰਾਂਗੇ। ਸਭ ਤੋਂ ਪਹਿਲਾਂ ਕਿਹਨੂੰ ਆਵਾਜ਼ ਵੱਜਦੀ ਹੈ? ਸਭ ਤੋਂ ਪਹਿਲਾਂ ਕਿਹਨੂੰ ਜਾਗਣਾ ਪੈਂਦਾ? ਚਲੋ ਐਕਸਪੀਰੀਅੰਸ ਕੀਤਾ ਹੈ ਮੈਂ ਇਸ ਗੱਲ ਦਾ। ਬੱਚਾ ਛੋਟਾ ਹੁੰਦਾ, ਰਾਤ ਉੱਠ ਕੇ ਦੁੱਧ ਲੈਣ ਜਾਣਾ ਪੈਂਦਾ, ਕੌਣ ਜਾਂਦਾ ਉੱਠ ਕੇ ਲੈ ਕੇ ਜਾਣ ਦੇ ਲਈ? ਤੁਸੀਂ ਬੱਚੇ ਪਾਲੇ ਨੇ, ਸਾਡੇ ਵਰਗਿਆਂ ਨੂੰ ਵੱਡੇ ਕੀਤਾ ਤਾਂ ਸਾਡੀਆਂ ਮਾਵਾਂ ਨੇ, ਤੇ ਉਹਨਾਂ ਨੇ ਕਿੰਨੇ ਕਸ਼ਟ ਚੱਲੇ ਨੇ, ਘਰ ਦੇ ਸਾਰੇ ਕੰਮ ਵੀ ਕਰਨੇ ਨੇ, ਸਾਰਾ ਕੁਝ ਕਰਨਾ। ਇਹ ਕੋਈ ਸੌਖੀ ਖੇਡ ਥੋੜ੍ਹਾ ਸੀ। ਬੱਚੇ ਪਾਲ ਲੈਣੇ। ਮੈਂ ਕਹਿੰਦਾ ਵੀ ਜਦੋਂ ਅਸੀਂ ਇਸ ਗੱਲ ਨੂੰ ਵੇਖਦੇ ਹਾਂ, ਹਾਲਾਂਕਿ ਮੰਜ਼ਿਲ ਨਹੀਂ ਹੈ ਜ਼ਿੰਦਗੀ ਦੀ ਬੱਚੇ ਪਾਲ ਲੈਣੇ, ਪਰ ਇਹਦੇ ਤੋਂ ਬਿਨਾਂ ਜ਼ਿੰਦਗੀ ਹੈ ਵੀ ਕੀ ਹੈ? ਕੱਲ੍ਹ ਨੂੰ ਸਾਨੂੰ ਪੜ੍ਹਾਈ ਦੇ ਕੇ ਸਾਡੀ 50,000 ਤਨਖਾਹ ਵੀ ਹੋ ਜਾਏ, ਮੈਂ ਕਹਿੰਦਾ ਲੱਖ ਰੁਪਈਆ ਵੀ ਤਨਖਾਹ ਹੋ ਜਾਵੇ, ਜਿਹੜੇ ਬੱਚੇ ਨੂੰ ਇਸ ਗੱਲ ਦਾ ਟੇਸਟ ਹੀ ਨਹੀਂ ਨਾ ਮਿਲਿਆ ਵੀ ਮੇਰੀ ਮਾਂ ਰੋਟੀ ਕਿੱਦਾਂ ਪਕਾਉਂਦੀ ਹੈ, ਤੇ ਉਸ ਰੋਟੀ ਨੂੰ ਉਹ ਜਦੋਂ ਮੇਰੇ ਲਈ ਤਿਆਰ ਕਰਦੀ ਹੈ, ਇੱਕ ਖਾਸ ਫੀਲ ਦੇ ਨਾਲ ਤਿਆਰ ਕਰਦੀ ਹੈ, ਇਸ ਗੱਲ ਨੂੰ ਮਾਂ ਤੇ ਭੁੱਲ ਜਾਵੇ ਵੀ ਬੱਚਾ ਜਦੋਂ ਕੱਲ੍ਹ ਨੂੰ ਕਿਤੇ ਅਸੀਂ ਬੁੱਢੇ ਹੋਵਾਂਗੇ ਤੇ ਬਾਅਦ 'ਚ ਉੱਦਾਂ ਦੀ ਰੋਟੀ ਸਾਨੂੰ ਖਵਾ ਦੇਵੇਗਾ। ਮਾਂ ਪਿਓ ਨੇ ਨੌਕਰ ਲਾਏ ਨੇ ਨਾ, ਉਹੀ ਰਿਟਰਨ ਹੋਣਾ, ਉਹ ਨੌਕਰ ਹੀ ਲੱਗ ਜਾਣੇ ਨੇ। ਫਿਰ ਵੀ ਤੁਸੀਂ ਧਿਆਨ ਰੱਖੋ, ਅੱਗੇ ਫਿਰ ਨੌਕਰਾਂ ਦੀ ਮਰਜ਼ੀ ਹੈ ਧਿਆਨ ਰੱਖਣ ਕਿ ਨਾ। ਮੈਨੂੰ ਪਤਾ ਨਹੀਂ ਗੱਲ ਝੂਠੀ ਹੈ ਕਿ ਸੱਚੀ ਹੈ, ਪਰ ਘੁੰਮਦੀ ਪਈ ਸੀ, ਇਸ ਕਰਕੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਇੱਕ ਬੰਦਾ ਸੀ, ਰਿਟਾਇਰ ਹੋਇਆ ਸੀ, ਅਫਸਰ ਸੀ, ਤੇ ਉਹਦੇ 2 ਬੱਚੇ ਸੀ। ਬੱਚਿਆਂ ਦੋਵਾਂ ਦੇ ਇਕੱਠੇ ਵਿਆਹ ਕਰਤੇ, ਬੱਚੇ ਬਾਹਰ ਘੁੰਮਣ ਦੇ ਲਈ ਚਲੇ ਗਏ, ਨੌਕਰ ਸੇਵਾ ਦੇ ਵਿੱਚ ਲੱਗੇ ਵੀ ਤੂੰ ਇਹਦੀ ਸੇਵਾ ਕਰਨੀ ਹੈ। ਚੱਲ ਫਿਰ ਸਕਦਾ ਨਹੀਂ ਸੀ ਵਿਚਾਰਾ, ਨੌਕਰ ਨੂੰ ਪਤਾ ਸੀ ਵੀ ਇਹ ਚੱਲ ਫਿਰ ਨਹੀਂ ਸਕਦਾ। ਉਹ ਦਰਵਾਜ਼ਾ ਬੰਦ ਕਰਕੇ ਸੌਦਾ ਲੈਣ ਗਿਆ, ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ, ਨੌਕਰ ਕੋਮਾ ਦੇ ਵਿੱਚ ਚਲਾ ਗਿਆ। ਦਰਵਾਜ਼ਾ ਵੱਜਾ, ਪਤਾ ਹੀ ਨਹੀਂ ਕਿਸੇ ਨੂੰ ਵੀ ਅੰਦਰ ਕੋਈ ਬੈਠਾ ਹੈ ਕਿ ਪਿਆ ਹੈ ਕਿ ਨਹੀਂ ਪਿਆ। ਜਦੋਂ ਉਹ ਬਾਹਰੋਂ 2-3 ਮਹੀਨਿਆਂ ਬਾਅਦ ਘੁੰਮ ਕੇ ਆਏ ਤਾਂ ਬਸ ਸਰੀਰ ਪਿੰਜਰ ਹੀ ਪਿਆ ਹੋਇਆ ਸੀ। ਕੀ ਕਰੋਗੇ ਇਹੋ ਜਿਹੀ ਐਜੂਕੇਸ਼ਨ ਨੂੰ, ਤੇ ਕੀ ਕਰਾਂਗੇ ਇਹੋ ਜਿਹੀ ਪੜ੍ਹਾਈ ਨੂੰ ਉੱਥੇ? ਇਹ ਕੀ ਨੇ ਜ਼ਿੰਦਗੀਆਂ? ਮੈਂ ਫਿਰ ਕਹਿ ਦੇਵਾਂ, ਪੜ੍ਹਾਓ ਬੱਚੀਆਂ ਨੂੰ, ਜਿੰਨਾ ਪੜ੍ਹਾਓ ਓਨਾ ਥੋੜ੍ਹਾ ਹੈ।
ਪਰ ਆਹ ਪੜ੍ਹਾਈ ਘੱਟ ਹੈ ਵੀ ਉਹਨੂੰ ਪਰਿਵਾਰ ਸੰਭਾਲਣਾ ਆਉਂਦਾ ਹੋਵੇ। ਜਿਹੜੀ ਬੱਚੀ, ਮੈਨੂੰ ਮਾਫ ਕਰਿਓ ਮੈਂ ਫੇਰ ਕਹਿ ਰਿਹਾ, ਮੇਰੀਆਂ ਆਪਣੀਆਂ ਪਰਿਵਾਰ ਦੀਆਂ ਬੱਚੀਆਂ ਇਹਦੇ ਵਿੱਚ ਨੇ, ਜੇ ਬੱਚੀ ਨੂੰ ਪਰਿਵਾਰ ਹੀ ਮੈਨੇਜ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਜਿੰਨੇ ਮਰਜ਼ੀ ਮੈਨੇਜਮੈਂਟ ਦੇ ਕੋਰਸ ਕਰਾਈ ਜਾਓ, ਕੀ ਫਾਇਦਾ ਉਹਨਾਂ ਕੋਰਸਾਂ ਦਾ। ਉਹ ਬਾਹਰ ਤੇ ਵੇਖੋ ਨਾ, ਉਹਨੂੰ ਕਹਿੰਦੇ ਨੇ ਵੀ ਤੂੰ ਆਹ ਮੈਨੇਜਮੈਂਟ ਦਾ ਕੋਰਸ ਕਰ, ਵੀ ਤੂੰ ਮੈਨੇਜਮੈਂਟ ਦਾ ਮਤਲਬ ਕੀ ਹੈ, ਵੀ ਪ੍ਰਬੰਧ ਕਰਨਾ। ਉਹ ਬਾਹਰ 100 ਬੰਦਿਆਂ ਨੂੰ ਪ੍ਰਬੰਧ ਕਰ ਲੈਂਦੀ ਹੈ, ਤੇ ਘਰ ਦੇ ਵਿੱਚ ਕੀ ਹਾਲ ਹੈ? ਘਰ ਦੇ ਵਿੱਚ ਉਹੀ ਹਾਲ ਹੋ ਰਿਹਾ ਵੀ ਬਸ ਵੱਖਰੇ ਹੋਵਾਂਗੇ ਤੇ ਫੇਰ ਹੀ ਜ਼ਿੰਦਗੀ ਸੌਖੀ ਨਿਕਲੇਗੀ, ਨਹੀਂ ਤੇ ਜ਼ਿੰਦਗੀ ਆਪਣੀ ਤਾਂ ਸੌਖੀ ਹੋਣੀ ਨਹੀਂ ਉਦੋਂ ਤੱਕ। ਇਹ ਕੀ ਖੇਡ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਉਹ ਜਿਹੜੀ ਗੁਰਮੁਖ ਇਸਤਰੀ ਹੈ ਨਾ, ਪੇਕੇ ਘਰ ਦੇ ਵਿੱਚ ਉਹਨੇ ਮਾਣ ਪਾਇਆ ਹੀ ਪਾਇਆ। ਸਾਹੁਰੜਾ ਕਰ ਮੰਨੀਏ, ਸਹੁਰਿਆਂ ਘਰਾਂ ਦੇ ਵਿੱਚ ਵੀ ਉਹਨੇ ਮਾਣ ਪਾਇਆ। ਸਣ ਖੱਤੀ ਪਰਿਵਾਰ ਸਾਧਾਰੀ, ਪਰਿਵਾਰ ਨੂੰ ਆਸਰਾ ਦੇਣ ਵਾਲੀ। ਟੁੱਟੇ ਪਰਿਵਾਰ ਕਦੀ ਇਕੱਠੇ ਹੋ ਕੇ ਨਹੀਂ ਸੀ ਬੈਠਦੇ, ਇੱਦਾਂ ਦੀ ਬੀਬੀ ਆ ਗਈ, ਸਾਰਾ ਪਰਿਵਾਰ ਇਕੱਠਾ ਕਰਕੇ ਰੱਖ ਦਿੱਤਾ। ਇੱਦਾਂ ਦੀ ਬੀਬੀ ਘਰ ਦੇ ਵਿੱਚ ਆ ਗਈ, ਇੱਦਾਂ ਦੀ ਬੱਚੀ ਘਰ ਦੇ ਵਿੱਚ ਆ ਗਈ ਵੀ ਸਾਰੇ ਪਰਿਵਾਰ ਨੂੰ ਸਿੱਖੀ ਦੇ ਨਾਲ ਜੋੜ ਦਿੱਤਾ। ਔਰ ਮੈਂ ਫਿਰ ਕਹਿ ਦੇਵਾਂ, ਇਹ ਹੋਣੀਆਂ ਚਾਹੀਦੀਆਂ ਨੇ, ਨਹੀਂ ਤੇ ਚਲੋ ਦੂਜੇ ਪਾਸੇ ਦੀ ਗੱਲ ਆਪਾਂ ਕੀ ਕਰਨੀ ਹੈ। ਮੇਰੇ ਨਾਲੋਂ ਜ਼ਿਆਦਾ ਵਿਆਖਿਆ ਤੁਸੀਂ ਪ੍ਰੈਕਟੀਕਲ ਵੇਖਦੇ ਜੇ, ਬੋਲ ਕੇ ਜ਼ਿਆਦਾ ਕੀ ਸੁਣਿਆ ਜਾਂਦਾ। ਹੁਣ ਅਗਲੀ ਗੱਲ ਆਪਾਂ ਕਰ ਲਈਏ। ਸੁਖ ਮਾਣੇ ਪਿਰ ਸੇਜੜੀ, ਛੱਤੀ ਭੋਜਨ ਸਦਾ ਸ਼ਿੰਗਾਰੀ। ਤੇ ਸੁਭਾਵਿਕ ਜੀ ਗੱਲ ਹੈ, ਪਤੀ ਜਿਹੜਾ ਹੁੰਦਾ ਹੈ ਉਹਦੇ ਮਨ 'ਚ ਇੱਕ ਖੇਡ ਹੁੰਦੀ ਹੈ, ਉਹ ਇਹ ਹੁੰਦਾ ਵੀ ਮਾਂ ਪਿਓ ਦੀ ਇੱਜ਼ਤ ਹੋਵੇ। ਤੇ ਸੁਭਾਵਿਕ ਜੀ ਗੱਲ ਹੈ, ਜਿਹੜੀ ਬੀਬੀ ਮਾਂ ਪਿਓ ਦੀ ਇੱਜ਼ਤ ਕਰੇਗੀ ਉਹ ਇੱਜ਼ਤ ਪਾਵੇਗੀ ਵੀ ਸਹੁਰੇ ਘਰ ਦੇ ਵਿੱਚ ਜਾ ਕੇ। ਜਿੰਨੀ ਮਰਜ਼ੀ ਪੜ੍ਹੀ ਲਿਖੀ ਹੈ, ਜੇ ਉਹਨੂੰ ਆਪਣੇ ਘਰ ਵਾਲੇ ਦੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਨੀ ਆਉਂਦੀ, ਪਤੀ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਵਿੱਥ ਕਿਤੇ ਨਾ ਕਿਤੇ ਰਵੇਗੀ ਹੀ ਰਵੇਗੀ। ਹਾਂ, ਕਈ ਬੜੇ ਲਾਈਲੱਗ ਵੀ ਹੁੰਦੇ ਨੇ, ਉਹ ਅਸੀਂ ਅੱਗੇ ਪੌੜੀਆਂ ਦੇ ਵਿੱਚ ਵਿਚਾਰ ਆਵੇਗੀ। 100% ਕੋਈ ਵੀ ਗੱਲ ਕਿਸੇ ਦੇ ਉੱਤੇ ਲਾਗੂ ਨਹੀਂ ਹੋ ਸਕਦੀ, 99% ਹੀ ਰਹਿ ਜਾਂਦਾ ਹੈ। ਇਸ ਕਰਕੇ 100% ਨਹੀਂ, ਪਰ ਇੱਕ ਮਨ 'ਚ ਸਤਿਕਾਰ ਹੈ। ਮੈਂ ਆਪਣੀ ਭੈਣ ਨੂੰ ਇਹ ਗੱਲ ਕਹਿ ਰਿਹਾ ਵੀ ਜੇ ਤੂੰ ਸਹੁਰੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਜਿਨ੍ਹਾਂ ਘਰਾਂ ਦੇ ਵਿੱਚ ਰਹਿੰਦੀ ਹੈ, ਤੇਰੇ ਕੁਝ ਫਰਜ਼ ਨੇ, ਉਹਨਾਂ ਦੀ ਇੱਜ਼ਤ ਕਰ। ਤੇ ਜੇ ਮੈਂ ਆਪਣੀ ਭੈਣ ਨੂੰ ਇਹ ਗੱਲ ਕਹਿ ਰਿਹਾ ਤੇ ਮੈਂ ਆਪਣੀ ਪਤੀ ਦੇ ਕੋਲੋਂ ਵੀ ਆਪਣੀ ਪਤਨੀ ਦੇ ਕੋਲੋਂ ਵੀ ਇਸ ਗੱਲ ਦੀ ਡਿਮਾਂਡ ਕਰਦਾ ਹਾਂ ਕਿ ਮੇਰਾ ਫਰਜ਼ ਹੈ ਕਿ ਮੈਂ ਤੇਰੇ ਮਾਂ ਪਿਓ ਦਾ ਧਿਆਨ ਰੱਖਾਂਗਾ, ਪਰ ਤੇਰਾ ਫਰਜ਼ ਇਹ ਹੈ ਵੀ ਮੇਰੇ ਮਾਤਾ ਪਿਤਾ ਦਾ ਧਿਆਨ ਹੋਣਾ ਚਾਹੀਦਾ। ਮੇਰੀਆਂ ਕਮਾਈਆਂ ਖੂਹ ਦੇ ਵਿੱਚ ਪੈ ਜਾਣਗੀਆਂ, ਦੋਵਾਂ ਪਾਸਿਆਂ ਤੋਂ ਗੱਲ ਹੋਣੀ ਚਾਹੀਦੀ ਆ। ਆਪਣੀ ਬੱਚੀ ਨੂੰ ਪਹਿਲਾਂ ਸਮਝਾਈਏ ਤੇ ਫਿਰ ਅੱਗੇ ਨਹੁੰ ਵੀ ਚਲੋ ਉੱਦਾਂ ਦੀ ਮਿਲ ਜਾਵੇਗੀ। ਮੇਰੀ ਕਮਾਈ ਖੂਹ ਦੇ ਵਿੱਚ ਪੈ ਗਈ ਜਿਸ ਵੇਲੇ ਮੈਂ ਇਹ ਸੋਚਦਾ ਹਾਂ ਵੀ ਮੈਂ ਤੇ ਬਾਹਰੋਂ ਕਮਾਈ ਕਰਨ ਦੇ ਲਈ ਨਿਕਲਿਆ ਪਾ ਹਾਂ ਤੇ ਪਿੱਛੇ ਮਾਤਾ ਪਿਤਾ ਨੂੰ ਪਾਣੀ ਵੀ ਨਹੀਂ ਪੁੱਛਦਾ ਪਿਆ ਕੋਈ, ਤੇ ਕਾਹਦੀਆਂ ਕਮਾਈਆਂ ਨੇ। ਉਹ ਵੇਖੋ ਨਾ, ਜਦੋਂ ਕਿਤੇ ਉਹ ਮਾਤਾ ਆਪਣੀ ਬੱਚੀ ਨੂੰ ਫੋਨ ਕਰਦੀ ਹੈ ਵੀ ਸਾਨੂੰ ਰੋਟੀ ਨਹੀਂ ਪੁੱਛਦੀ, ਤੇ ਕਿੱਦਾਂ ਦੁੱਖ ਲੱਗਦਾ ਵੀ ਇਹ ਰੋਟੀ ਕਿਉਂ ਨਹੀਂ ਪੁੱਛਦੀ, ਵੀ ਸਾਡੇ ਭਰਾ ਨੇ ਕਾਹਦਾ ਵਿਆਹ ਕਰਾਇਆ। ਤੇ ਉਹਨੂੰ ਆਪ ਵੀ ਤਾਂ ਸੋਚੇ ਨਾ ਵੀ ਮੈਂ ਵੀ ਤਾਂ ਕਿਸੇ ਦੇ ਨਾਲ ਵਿਆਹੀ ਆਈ ਹਾਂ, ਮੈਂ ਕੀ ਕਰਦੀ ਪਈ ਹਾਂ। ਉਦੋਂ ਕਿਉਂ ਨਹੀਂ ਸੋਚਦੀ ਇਸ ਗੱਲ। ਉਹ ਪ੍ਰੋਬਲਮ ਹੈ ਨਾ, ਕਹਾਣੀ ਸੀ ਪਿੱਛੇ, ਉਹ ਕਹਿੰਦੇ ਵੀ ਉਹ ਕਿਸੇ ਨੇ ਨਾ ਆਪਣਾ ਲੜਕੀ ਤੇ ਲੜਕਾ ਇਕੱਠਾ ਵਿਆਹ ਲਏ, ਇੱਦਾਂ ਵਿਆਹ ਹੋ ਜਾਂਦੇ ਨੇ, ਲੜਕੀ ਤੇ ਲੜਕਾ ਇਕੱਠੇ ਵਿਆਹ ਲਏ। ਤੇ ਉਹਨੂੰ ਪੁੱਛਿਆ, ਉਹਨੂੰ ਜਿਹੜੀ ਲੜਕੀ ਦੀ ਮਾਂ ਸੀ ਵੀ ਦੋਵੇਂ ਬੱਚੇ ਇਕੱਠੇ ਵਿਆਹ ਲੈਣੇ ਤੇ ਸੁਣਾ ਕਿੱਦਾਂ। ਉਹ ਕਹਿੰਦੀ ਵੀ ਜਵਾਈ ਤੇ ਮੇਰਾ ਇੰਨਾ ਚੰਗਾ ਵੀ ਜੋ ਮੇਰੀ ਧੀ ਕਹਿੰਦੀ ਹੈ ਉਹੀ ਮੰਨ ਲੈਂਦਾ। ਤੇ ਕਹਿੰਦੇ ਫਿਰ ਨਹੁੰ ਕਿੱਦਾਂ ਦੀ ਹੈ? ਕਹਿੰਦੇ ਨਹੁੰ ਜਿੱਦਣ ਦੀ ਆਈ ਹੈ ਨਾ, ਮੇਰਾ ਪੁੱਤ ਉਦੋਂ ਦਾ ਲਾਈ ਲੱਗ ਬਣ ਗਿਆ। ਇਹ ਵੀ ਖੇਡ ਹੈ, ਮਤਲਬ ਵੀ ਧੀ ਜਵਾਈ ਨੂੰ ਪਿੱਛੇ ਲਾਈ ਫਿਰੇ ਪਰ ਪੁੱਤ ਨਾ ਨਹੁੰ ਦੇ ਆਖੇ ਲੱਗ ਜਾਵੇ। ਇਹ ਇੱਦਾਂ ਦੇ ਹਾਲਾਤ ਹੋ ਗਏ। ਚਲੋ ਇਹਨੂੰ ਅਸੀਂ ਸਮਾਜ ਦੇ ਵਿੱਚ ਬੜਾ ਕੁਝ ਚੱਲਦਾ ਰਹਿੰਦਾ ਹੈ। ਸੁਖ ਮਾਣੈ ਪਿਰ ਸੇਜੜੀ, ਲੱਖਾਂ ਦੇ ਨਾਲ। ਇਹ ਥੋੜ੍ਹੀ ਜਿਹੀ ਗੱਲ ਇੱਦਾਂ ਸਮਝ ਦੇ ਵਿੱਚ ਆਵੇਗੀ, ਸਾਡੀ ਪਤਨੀ ਸਮਾਜ ਦੇ ਵਿੱਚ ਕੋਈ ਵੀ ਇਸਤਰੀ ਹੈ, ਉਹਦੀ ਸਾਰੇ ਸਹੁਰਿਆਂ ਦੇ ਵਿੱਚ ਮੈਂਬਰਾਂ ਦੇ ਨਾਲ ਬਣਦੀ ਹੋਵੇ, ਸਾਰੇ ਮੈਂਬਰ ਬੜੀ ਰਿਸਪੈਕਟ ਕਰਦੇ ਹੋਣ, ਸਾਰਿਆਂ ਦੀ ਉਹ ਰਿਸਪੈਕਟ ਕਰਦੀ ਹੋਵੇ, ਉਹ ਰਹਿਣਾ ਤਾਂ ਉਹਨੇ ਪਤੀ ਦੇ ਨਾਲ ਹੀ ਹੈ। ਜੇ ਪਤੀ ਨਹੀਂ ਉਹਦੀ ਕਦਰ ਕਰਦਾ ਜਾਂ ਪਤੀ ਦੇ ਨਾਲ ਹੀ ਨਹੀਂ ਉਹਦੀ ਬਣਦੀ, ਤਾਂ ਬਾਕੀ ਭਾਵੇਂ 100 ਜਣੇ ਮੈਂਬਰਾਂ ਦੇ ਨਾਲ ਬਣਦੀ ਹੋਵੇ, ਉਸ ਬਣਨ ਦਾ ਕੀ ਫਾਇਦਾ ਹੋ ਰਿਹਾ? ਘੱਟੋ ਘੱਟ ਅੰਤ ਨੂੰ ਤੇ ਫਿਰ ਉਹਨਾਂ ਦੋਵਾਂ ਦੀ ਗੱਲਬਾਤ ਹੋਣੀ ਹੈ ਨਾ। ਅੰਤ ਨੂੰ ਤੇ ਜਿੱਥੇ ਵੀ ਮਸਲਾ ਹੋਵੇਗਾ ਦੋਵਾਂ ਨੂੰ ਹੀ ਬਹਿ ਕੇ ਨਜਿੱਠਣਾ ਪੈਣਾ। ਅਸਲ ਦੇ ਵਿੱਚ ਠੀਕ ਹੈ, ਪਰਿਵਾਰ ਦੀ ਇੱਜ਼ਤ ਹੋਵੇ, ਪਰਿਵਾਰ ਦੀ ਰਿਸਪੈਕਟ ਹੋਵੇ, ਸਾਰਾ ਕੁਝ ਹੋਣਾ ਚਾਹੀਦਾ ਹੈ, ਪਰ ਇੱਕ ਗੱਲ ਤੇ ਨਾਲ ਹੋਣੀ ਚਾਹੀਦੀ ਹੈ ਨਾ, ਉਹਨਾਂ ਦੋਵਾਂ ਦੀ ਆਪਸੀ ਗੱਲਬਾਤ ਕਿੱਥੇ ਕੁ ਜੇ ਹੈ, ਆਪਸੀ ਸਮਝ ਕਿੰਨੀ ਕੁ ਹੈ। ਇਹ ਸਿਰਫ ਨਵੇਂ ਵਿਆਹਾਂ ਦੀ ਗੱਲ ਨਹੀਂ ਹੈ, ਇਹ ਪੁਰਾਣਿਆਂ ਵਿਆਹਾਂ ਦੀ ਵੀ ਇਹੋ ਗੱਲ ਹੈ। ਤੇ ਔਰ ਅਕਸਰ ਇੱਦਾਂ ਹੋ ਜਾਂਦਾ ਜੀ, ਬਾਕੀ ਪਰਿਵਾਰ ਤੇ ਮੇਰੀ ਇੱਜ਼ਤ ਕਰਦਾ ਪਰ ਇਹ ਮੇਰੀ ਇੱਜ਼ਤ ਨਹੀਂ ਕਰਦਾ। ਉਹ ਵੀ ਕਹਿੰਦਾ ਵੀ ਬਾਕੀ ਪਰਿਵਾਰ ਨੂੰ ਤੇ ਸਾਰਾ ਕੁਝ ਪੁੱਛਿਆ ਜਾ ਰਿਹਾ ਪਰ ਮੇਰੇ ਮਾਂ ਪਿਓ ਵਾਰੀ ਪਤਾ ਨਹੀਂ ਕੀ ਹੋ ਜਾਂਦਾ। ਕਿਤੇ ਨਾ ਕਿਤੇ ਚਲੋ ਵਿੱਥ ਹੈ, ਅਸੀਂ ਉਸ ਪਾਸੇ ਦੀ ਗੱਲ ਨਹੀਂ ਕਰਾਂਗੇ। ਸੁਖ ਮਾਣੈ ਪਿਰ ਸੇਜੜੀ, ਛੱਤੀ ਭੋਜਨ ਸਦਾ ਸ਼ਿੰਗਾਰੀ।
ਘਰ ਦੇ ਵਿੱਚ ਪਤੀ ਖੁਸ਼ ਹੈ ਤੇ ਪਤਨੀ ਆਪਣੇ ਆਪ ਖੁਸ਼ ਹੈ। ਚਲੋ ਕੁਝ ਮਸਲੇ ਅਲੱਗ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਪਿਆ, ਮੈਂ ਵਾਰ-ਵਾਰ ਬੇਨਤੀ ਕਰਦਾ ਪਿਆ ਹਾਂ। 36 ਭੋਜਨ ਸਦਾ ਸ਼ਿੰਗਾਰੀ, ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ। ਲੋਕ ਵੇਦ ਦਾ ਮਤਲਬ ਹੁੰਦਾ ਹੈ ਲੋਕਾਂ ਦੇ ਪ੍ਰਚਲਿਤ ਖਿਆਲ ਜਿਹੜੇ ਹੁੰਦੇ ਨੇ। ਗੁਣ ਗਿਆਨ ਵਿੱਚ ਆਮ ਜਿਹੜੀਆਂ ਗੱਲਾਂ ਆਪਾਂ ਸੁਣਦੇ ਹਾਂ। ਅਰਧ ਸਰੀਰੀ, ਇਸਤਰੀ ਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਅਰਧਾਂਗਿਨੀ, ਅਰਧ ਅੰਗ। ਇਹਦਾ ਮਤਲਬ ਕੀ ਹੈ? ਸਾਡੇ ਸਰੀਰ ਦਾ ਅੱਧਾ ਹਿੱਸਾ ਹੈ ਇਸਤਰੀ। ਇਹਦਾ ਮਤਲਬ ਇਹ ਨਹੀਂ ਵੀ ਸਾਡੇ ਸਰੀਰ ਦੇ ਵਿੱਚੋਂ ਕੱਟ ਕੇ ਬਣਾਈ ਗਈ ਹੈ। ਅੱਧਾ ਹਿੱਸਾ ਦਾ ਮਤਲਬ ਇਹ ਹੈ ਜਿੱਦਾਂ ਆਹ 2 ਪਿੱਲਰ ਨੇ, ਇੱਕ ਪਿੱਲਰ ਦੇ ਉੱਤੇ ਛੱਤ ਨਹੀਂ ਖੜੀ ਹੋ ਸਕਦੀ ਨਾ, ਇੱਦਾਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਸੁਸਾਇਟੀ ਇਕੱਲਾ ਪੁਰਸ਼ ਕਦੀ ਨਹੀਂ ਕ੍ਰੀਏਟ ਕਰ ਸਕਦਾ ਔਰ ਇਕੱਲੀ ਇਸਤਰੀ ਵੀ ਨਹੀਂ ਕ੍ਰੀਏਟ ਕਰ ਸਕਦੀ। ਅੱਜ ਚਲੋ ਗੱਲ ਔਰਤ ਦੀ ਚੱਲਦੀ ਪਈ, ਇਸ ਕਰਕੇ ਇਹ ਗੱਲ ਕਰਾਂਗੇ। ਇਸ ਸੁਸਾਇਟੀ ਨੂੰ ਚੱਲਣ ਦੇ ਲਈ ਇੱਦਾਂ ਕਹਿ ਲਓ ਵੀ ਹਾਰਡਨੈਸ ਦੀ ਵੀ ਜ਼ਰੂਰਤ ਹੈ ਅਤੇ ਸੌਫਟਨੈਸ ਦੀ ਵੀ ਜ਼ਰੂਰਤ ਹੈ। ਸਾਡਿਆਂ ਘਰਾਂ ਦੇ ਵਿੱਚ ਕੀ ਮਾਹੌਲ ਚੱਲਦੇ ਨੇ ਵੇਖੋ। ਪਿਤਾ ਸਖਤ ਹੈ, ਸੁਭਾਵਿਕ ਤੌਰ ਦੇ ਉੱਤੇ ਸਖਤ ਹੈ। ਜੇ ਪਿਤਾ ਸਖਤ ਨਹੀਂ ਹੋਵੇਗਾ ਤਾਂ ਮਾਂ ਸਖਤ ਹੋਵੇਗੀ ਘਰ ਦੇ ਵਿੱਚ, ਇਹ ਦੋਵੇਂ ਪਾਸੇ ਚੱਲਣਗੇ। ਜੇ ਪਿਤਾ ਸਖਤ ਨਾ ਹੋਵੇ ਤਾਂ ਫਿਰ ਵੇਖ ਲਓ ਔਲਾਦ ਕਿਹੜੇ ਪਾਸੇ ਤੁਰ ਪੈਂਦੀ ਹੈ। ਇਹ ਵੱਡੇ ਹੋਇਆਂ ਪਤਾ ਲੱਗਦਾ ਵੀ ਜੇ ਨਾ ਪਿਤਾ ਰੋਕਦਾ ਤਾਂ ਅਸੀਂ ਪਤਾ ਨਹੀਂ ਕਿਹੜੇ ਪਾਸੇ ਤੁਰ ਪੈਂਦੇ। ਪਰ ਜਦੋਂ ਪਿਤਾ ਗੁੱਸਾ ਕਰਦਾ ਹੈ, ਉਹਨਾਂ ਦੇ ਵਿੱਚ ਫੈਸਲਾ ਕਰਾਉਣ ਵਾਲਾ ਕੌਣ ਹੈ? ਮਾਤਾ ਹੈ। ਮਾਤਾ ਨੇ ਕੀ ਕੀਤਾ? ਪਰ ਰੱਬ ਨੇ ਕੀ ਕੀਤਾ ਵੀ ਉਹਦੇ ਅੰਦਰ ਨੇ ਇੱਕ ਕੋਮਲਤਾ ਪਾਈ ਹੈ, ਇੱਕ ਦਰਦ ਪਾਇਆ ਹੈ। ਪਿਤਾ ਗੁੱਸੇ ਦੇ ਵਿੱਚ ਬੋਲ ਪੈਂਦਾ ਹੈ, ਮਾਤਾ ਵੀ ਬੋਲਦੀ ਹੈ। ਪਰ ਪ੍ਰੋਬਲਮ ਕੀ ਹੈ? ਅਸਲ ਦੇ ਵਿੱਚ ਜਦੋਂ ਗੱਲ ਖਤਮ ਹੋ ਜਾਂਦੀ ਹੈ ਵੀ ਪਿਤਾ ਦੇ ਨਾਲ ਲੜਾਈ ਹੋ ਗਈ ਹੈ, ਬੱਚੇ ਬੋਲਦੇ ਨਹੀਂ ਪਏ, ਤਾਂ ਬੁਲਾਉਣ ਦਾ ਕਾਰਨ ਕੌਣ ਬਣਦੀ ਪਈ ਹੈ? ਫਿਰ ਮਾਤਾ। ਅਸੀਂ ਵੇਖਦੇ ਹੋਵਾਂਗੇ ਘਰਾਂ 'ਚ ਜੀ 4 ਦਿਨ ਬਾਪੂ ਨੇ ਬੱਚੇ ਨੂੰ ਨਹੀਂ ਬੁਲਾਇਆ, ਬੱਚੇ ਨੇ ਬਾਪੂ ਨੂੰ ਨਹੀਂ ਬੁਲਾਇਆ। ਹਾਲਾਤ ਬਣਦੇ ਨੇ, ਇਹਦੇ ਵਿੱਚ ਕੋਈ ਸ਼ੱਕ ਕੋਈ ਹੈ ਵੀ ਜੇ ਨਹੀਂ ਬਣਦੇ ਤਾਂ ਵੇਖੋ ਕਿੰਨਿਆਂ ਘਰਾਂ 'ਚ ਬਣ ਗਏ। ਕਿਉਂਕਿ 2 ਹੰਕਾਰ ਨੇ। ਪੁੱਤ ਵੱਡਾ ਹੋਈ ਜਾਂਦਾ, ਉਹਨੂੰ ਲੱਗਦਾ ਮੇਰੀ ਮੰਨੀ ਜਾਵੇ, ਬਾਪੂ ਕਹਿੰਦਾ ਵੀ ਸਾਰੀ ਜ਼ਿੰਦਗੀ ਮੇਰੀ ਮੰਨੀ ਗਈ ਹੈ, ਹੁਣ ਤੁਸੀਂ ਕਿਉਂ ਨਹੀਂ ਮੇਰੀ ਮੰਨੋਗੇ? ਹੰਕਾਰ ਹੋ ਗਿਆ ਦੋਵਾਂ ਨੂੰ। ਉਹ 2 ਹੰਕਾਰ ਲੜਦੇ ਨੇ। ਉਸ ਹੰਕਾਰ ਦੇ ਵਿੱਚ ਕੌਣ ਜੀ ਰਿਹਾ? ਮਾਤਾ ਜੀ ਰਹੀ ਹੈ। ਉਹਨੂੰ ਵੇਖੋ ਦੋਵਾਂ ਦੀਆਂ ਸੁਣਨੀਆਂ ਪੈ ਜਾਂਦੀਆਂ ਨੇ ਕਿ ਨਹੀਂ ਸੁਣਦੀ। ਇਹਦਾ ਮਤਲਬ ਹੈ ਵੀ ਉਸ ਪਰਿਵਾਰ ਨੂੰ ਬੈਲੈਂਸ ਦੇ ਵਿੱਚ ਰੱਖਣ ਦੇ ਲਈ ਇੱਕ ਸੌਫਟਨੈਸ ਹੋਣੀ ਚਾਹੀਦੀ ਹੈ ਪਰਿਵਾਰ ਦੇ ਵਿੱਚ। ਅੱਜ ਕੱਲ੍ਹ ਨਾ ਇੱਕ ਫੋਕੀ ਜੀ ਸਿੱਖਿਆ ਦੇ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇਹ ਸ਼ਬਦ ਸੁਣਨ ਨੂੰ ਥੋੜ੍ਹਾ ਜਿਹਾ ਔਖਾ ਲੱਗੇਗਾ। ਔਰਤ ਦੇ ਵਿੱਚ ਇੱਕ ਔਰਤਵਾਦ ਹੋਣਾ ਚਾਹੀਦਾ ਹੈ। ਔਰਤ ਦਾ ਮਤਲਬ ਹੀ ਪਿਆਰ ਹੈ। ਇਹਦਾ ਮਤਲਬ ਇਹ ਨਹੀਂ ਵੀ ਉਹ ਬਾਕੀ ਉਹਦੇ ਬਦਲੇ ਦੇ ਵਿੱਚ ਉਹਨੂੰ ਕੋਈ ਪਿਆਰ ਦੇਵੇ ਨਾ, ਵੀ ਬਸ ਉਹਦੀ ਕਦੀ ਕੋਈ ਕਦਰ ਹੀ ਨਾ ਕਰੇ, ਸਾਰੀ ਜ਼ਿੰਦਗੀ ਘਰ ਦੀਆਂ ਰੋਟੀਆਂ ਪਕਾਉਂਦੀ ਰਹੇ ਅਤੇ ਬਾਅਦ ਦੇ ਵਿੱਚ ਜੇ ਕਿਤੇ ਚੀਜ਼ ਵੀ ਮੰਗੇ ਤਾਂ ਵੀ ਕਵੇ ਵੀ ਲੈ ਮੈਂ ਇਸ ਘਰ ਦੇ ਲਈ ਕੀਤਾ ਹੀ ਕੀ ਹੈ। ਉਹਨੂੰ 20 ਸਾਲਾਂ ਬਾਅਦ ਵੀ ਇਹੋ ਅਹਿਸਾਸ ਹੋ ਰਿਹਾ ਹੋਵੇ ਵੀ ਸ਼ਾਇਦ ਮੈਂ ਅਜੇ ਵੀ ਘਰ ਤੋਂ ਬਾਹਰੋਂ ਹੀ ਆਈ ਹਾਂ। ਉਹਨੂੰ 20 ਸਾਲਾਂ ਬਾਅਦ ਵੀ ਇਹੋ ਅਹਿਸਾਸ ਹੋ ਰਿਹਾ ਅਤੇ ਉਹ ਕਾਹਦੇ ਲਈ ਘਰ ਦੇ ਵਿੱਚ ਆਈ ਹੋਵੇਗੀ ਨਾ। ਦੁੱਖ ਤਾਂ ਉਹਨੂੰ ਹੋਵੇਗਾ ਇਸ ਗੱਲ ਦਾ। ਪਰ ਕਾਰਨ ਕੀ ਹੈ? ਅਸਲ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਮੁਕਤੀ ਦਾ ਦਰਵਾਜ਼ਾ ਹੈ, ਉਹਦੇ ਤੋਂ ਬਿਨਾਂ ਘਰ ਨਹੀਂ ਬਣ ਸਕਦਾ। ਪਰ ਜਿੱਥੇ ਔਰਤਾਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਹੈ ਵੀ ਪੁਰਸ਼ਾਂ ਵਾਲੇ ਕੰਮ ਵੀ ਅਸੀਂ ਕਰ ਲਵਾਂਗੀਆਂ, ਸਾਨੂੰ ਨਹੀਂ ਕਿਸੇ ਦੀ ਲੋੜ, ਇਹ ਸਭ ਤੋਂ ਵੱਡਾ ਵਹਿਮ ਹੈ। ਇਹ ਵਹਿਮ ਪੁਰਸ਼ ਨੂੰ ਅੱਜ ਤੋਂ ਪਹਿਲਾਂ ਹੀ ਪਿਆ ਹੋਇਆ ਹੈ ਵੀ ਮੇਰਾ ਸਰ ਸਕਦਾ ਹੈ ਔਰਤ ਤੋਂ ਬਿਨਾਂ, ਨਹੀਂ ਸਰਦਾ। ਪਰਿਵਾਰ ਜਿਹੜੇ ਨੇ ਨਾ ਉਹ ਡੋਲ ਜਾਂਦੇ ਨੇ। ਤੁਸੀਂ ਪੜ੍ਹ ਕੇ ਵੇਖ ਲੈਣਾ, ਨੇੜੇ ਤੇੜੇ ਪਰਿਵਾਰਾਂ ਦੀਆਂ ਸਟੱਡੀਜ਼ ਕਰਕੇ ਵੇਖ ਲੈਣਾ ਵੀ ਜਿੱਥੇ ਇਕੱਲੀ ਔਰਤ ਨੇ ਇਹ ਕੁਝ ਕੀਤਾ ਅਤੇ ਜਿੱਥੇ ਇਕੱਲੇ ਬੰਦੇ ਨੇ ਪਰਿਵਾਰ ਵੱਡੇ ਕੀਤੇ ਨੇ, ਕੀ ਡਿਫਰੈਂਸ ਹੈ ਉਹਨਾਂ ਪਰਿਵਾਰਾਂ ਦੇ ਨਾਲੋਂ ਜਿੱਥੇ ਦੋਵਾਂ ਜਣਿਆਂ ਨੇ ਮਿਲ ਕੇ ਜਿਹੜੀ ਹੈ ਉਹ ਪੈਰੈਂਟਿੰਗ ਕੀਤੀ ਹੈ ਬੱਚਿਆਂ ਦੀ। ਜ਼ਮੀਨ ਅਸਮਾਨ ਦਾ ਫਰਕ ਹੋਵੇਗਾ। ਚਲੋ ਐਕਸੈਪਸ਼ਨਲ ਕੇਸ ਫਿਰ ਵੱਖਰੇ ਹੋ ਜਾਂਦੇ ਨੇ। ਲੋਕ ਵੇਦ ਗੁਰ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ, ਇਹ ਮੁਕਤੀ ਦਾ ਦਰਵਾਜ਼ਾ ਹੈ ਗੁਰਮਤਿ ਦੇ ਵਿੱਚ ਔਰਤ। ਇਹਦੇ ਤੋਂ ਬਿਨਾਂ ਮੁਕਤ ਵੀ ਨਹੀਂ ਹੋ ਸਕਦੇ, ਇਹਦੇ ਤੋਂ ਬਿਨਾਂ ਅਸੀਂ ਪਾਰ ਵੀ ਨਹੀਂ ਹੋ ਸਕਦੇ। ਮੈਂ ਫਿਰ ਕਹਿ ਦੇਵਾਂ, ਹੁਣ ਤਾਂ ਅਸੀਂ ਜਿੰਨੀਆਂ ਮਰਜ਼ੀ ਡਿੰਗਾਂ ਮਾਰਦੇ ਫਿਰੀਏ, ਜੇ ਸਾਡੇ ਘਰ ਦੇ ਵਿੱਚ ਸਾਡੀ ਮਾਤਾ ਸਾਡਾ ਜਨਮ ਹੀ ਨਾ ਹੋਣ ਦਿੰਦੀ ਤਾਂ ਅਸੀਂ ਕਿੱਥੇ ਬੈਠੇ ਹੁੰਦੇ। ਅੰਤ ਨੂੰ ਤਾਂ ਉਹਦੇ ਹੱਥ ਦੇ ਵਿੱਚ ਹੈ ਨਾ। ਅੱਜ ਕੱਲ੍ਹ ਵੇਖ ਲਓ ਪੜ੍ਹਾਈਆਂ ਇਹੋ ਪੜ੍ਹਾਈਆਂ ਜਾ ਰਹੀਆਂ ਵੀ ਤੁਸੀਂ ਅੜ ਜਾਓ ਅੱਗੇ, ਪਰ ਕੁਦਰਤ ਨੇ ਬੜੇ ਪਾਸੇ ਦੀ ਖੇਡ ਪਾਈ ਹੋਈ ਆ। ਰੱਬ ਨੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਚੈਲੰਜ ਕਰ ਦਿੰਦੀ ਹੈ। ਫਿਰ ਇਸ ਪਾਸੇ ਤੋਂ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਸੁਖ ਫਲ ਨਿਹਚੋ ਨਾਰੀ। ਜਿਹੜੀ ਗੁਰਮੁਖ ਨਾਰੀ ਹੈ ਨਾ ਉਹ ਸੁੱਖ ਪਾਉਣ ਵਾਲੀ ਹੈ, ਚਾਹੇ ਪੇਕੇ ਘਰ ਦੇ ਵਿੱਚ ਹੋਵੇ ਅਤੇ ਚਾਹੇ ਸਹੁਰੇ ਘਰ ਦੇ ਵਿੱਚ ਹੋਵੇ। ਇੱਕ ਬੇਨਤੀ ਕਰ ਦੇਵਾਂ ਮੈਂ ਜਿੱਥੋਂ ਗੱਲ ਸ਼ੁਰੂ ਕਰਨੀ ਸੀ। ਇਸਤਰੀਆਂ ਦਾ ਘਾਟਾ ਨਹੀਂ, ਔਰਤਾਂ ਦਾ ਘਾਟਾ ਨਹੀਂ, ਪਰ ਗੁਰਮੁਖ ਔਰਤ ਮਹਾਰਾਜ ਨੇ ਪੈਦਾ ਕੀਤੀ ਹੈ। ਬੰਦਿਆਂ ਦਾ ਘਾਟਾ ਨਹੀਂ ਹੈ, ਮਹਾਰਾਜ ਨੇ ਗੁਰਮੁਖ ਪੁਰਸ਼ ਪੈਦਾ ਕੀਤੇ ਨੇ। ਇੱਦਾਂ ਹੀ ਗੁਰਮੁਖ ਨਾਰੀਆਂ ਪੈਦਾ ਕੀਤੀਆਂ ਨੇ। ਨਾਰੀ ਦੇ ਵਿੱਚ ਗੁਰਮੁਖਤਾ ਹੀ ਹੋਣੀ ਚਾਹੀਦੀ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹੋ, ਬੇਬੇ ਨਾਨਕੀ ਦਾ ਬੜਾ ਮਾਣ ਹੈ। ਤੁਸੀਂ ਵੇਖੋ ਮਾਤਾ ਭਾਨੀ ਦਾ ਬੜਾ ਮਾਣ ਹੈ। ਪਰ ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰਤ ਦੀ ਗੱਲ ਆਈ ਹੈ ਤਾਂ ਮਾਤਾ ਖੀਵੀ ਦੀ ਉਦਾਹਰਨ ਦਿੱਤੀ ਗਈ ਹੈ।
ਔਰ ਉਦਾਹਰਣ ਵੇਖੋ ਕਿੱਦਾਂ ਦੀ ਦਿੱਤੀ ਗਈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ। ਉਹ ਕਹਿੰਦੇ ਕੋਈ ਸੰਘਣਾ ਦਰਖਤ ਹੋਵੇ ਨਾ, ਜਿਹਦੇ ਪੱਤੇ ਬੜੇ ਸੰਘਣੇ ਹੋਣ, ਤੇ ਬੰਦਾ ਉਹਦੇ ਥੱਲੇ ਜਾ ਕੇ ਬੈਠਦਾ, ਉਹਨੂੰ ਚੈਨ ਆ ਜਾਂਦਾ, ਉਹਨੂੰ ਸੁੱਖ ਆ ਜਾਂਦਾ, ਬੜਾ ਸਕੂਨ ਮਿਲਦਾ। ਤੇ ਮਾਤਾ ਖੀਵੀ ਇਦਾਂ ਦੀ ਹੈ ਵੀ ਜਿਹੜਾ ਵੀ ਸਿੱਖ ਉਹਦੇ ਕੋਲ ਜਾ ਕੇ ਚਲਾ ਜਾਂਦਾ ਨਾ ਵੀ ਮਾਤਾ ਇਸ ਚੀਜ਼ ਦੀ ਲੋੜ ਹੈ, ਮਾਤਾ ਇਦਾਂ ਉਹਦੇ ਨਾਲ ਵਿਹਾਰ ਕਰਦੀ ਹੈ ਵੀ ਬਸ ਠੰਡ ਪਾ ਦਿੰਦੀ ਹੈ ਉਹਦੇ ਨਾਲ ਗੱਲ ਕਰਕੇ। ਇਦਾਂ ਹੈ ਪੰਜਾਬੀ ਦੇ ਵਿੱਚ ਇੱਕ ਗੱਲ ਵੀ ਬੋਲੀ ਜਾਂਦੀ ਹੁੰਦੀ ਵੀ ਮਾਵਾਂ ਠੰਡੀਆਂ ਛਾਵਾਂ। ਉਹ ਕਿਉਂ ਕੀਤਾ ਜਾਂਦਾ ਸੀ ਵੀ ਉਹ ਅਸਲ ਦੇ ਵਿੱਚ ਠੰਡ ਪਾ ਦਿੰਦੀ ਹੈ ਜਦੋਂ ਆਪਣੇ ਬੱਚੇ ਨੂੰ ਮਿਲਦੀ ਹੈ। ਤੇ ਗੁਰਮਤਿ ਨੇ ਸਿਰਫ ਇੱਥੇ ਨਹੀਂ ਰੱਖਿਆ ਵੀ ਆਪਣੇ ਬੱਚੇ ਨੂੰ ਤਾਂ ਠੰਡ ਪਾ ਦਿਓ ਤੇ ਬਾਕੀ ਬੱਚਿਆਂ ਦੀ ਭਾਵੇਂ ਰੋਟੀ ਵੀ ਨਿਚੋੜ ਲਓ, ਨਹੀਂ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ। ਜਿੱਦਾਂ ਦਰਖਤਾਂ ਦੀ ਬੜੇ ਪੱਤਿਆਂ ਵਾਲੀ ਛਾਂ ਹੁੰਦੀ ਹੈ ਨਾ, ਮਾਤਾ ਖੀਵੀ ਇਦਾਂ ਦੀ। ਤੇ ਸਾਡੀਆਂ ਥੋੜ੍ਹੀਆਂ ਜੀਆਂ ਪਹਿਲਾਂ ਦੀਆਂ ਬੀਬੀਆਂ, ਇਹ ਨਹੀਂ ਵੀ ਹੁਣ ਹੈ ਨਹੀਂ ਨੇ, ਹੁਣ ਹੈ ਵੀ ਨੇ ਪਰ ਘਟ ਗਈਆਂ ਥੋੜ੍ਹੀਆਂ ਜੀਆਂ, ਉਹਨਾਂ ਘਰਾਂ ਦੇ ਵਿੱਚ ਤੁਸੀਂ ਵੇਖੋ ਉਹ ਬੀਬੀਆਂ ਇਦਾਂ ਦੀਆਂ ਸੀ ਵੀ ਕਿਸੇ ਦਾ ਵੀ ਬੱਚਾ ਆ ਗਿਆ ਉਹਨਾਂ ਕਦੀ ਵਿਤਕਰਾ ਕੀਤਾ ਹੀ ਨਹੀਂ ਕਿਸੇ ਦੇ ਨਾਲ। ਆ ਹੁਣ ਦੇ ਹਾਲਾਤ ਸਾਡੇ ਇਦਾਂ ਦੇ ਹੋ ਗਏ ਵੀ ਸਾਨੂੰ ਡਰ ਵੀ ਲੱਗਦੇ ਨੇ, ਮਜਬੂਰੀਆਂ ਵੀ ਬਣ ਗਈਆਂ ਨੇ। ਜਿਹੜੇ ਤੁਹਾਡੇ ਵਿੱਚੋਂ ਕਈ ਹੋਣਗੇ ਜਿਹੜੇ ਬਚਪਨ ਦੇ ਵਿੱਚ ਦੂਜਿਆਂ ਘਰਾਂ ਦੇ ਵਿੱਚੋਂ ਰੋਟੀਆਂ ਖਾ ਕੇ ਆਉਂਦੇ ਹੋਣਗੇ ਵੀ ਅੱਜ ਉਹਦੇ ਘਰੋਂ ਮੈਂ ਰੋਟੀ ਖਾ ਲਈ। ਕਿੰਨੇ ਜਾਣੇ ਇਹ ਖਾ ਕੇ ਵੱਡੇ ਹੋਏ, ਮਤਲਬ ਹੀ ਨਹੀਂ ਸੀ ਵੀ ਕਦੀ ਉਸ ਘਰ ਦਾ ਵਿਤਕਰਾ ਤੇ ਇਸ ਘਰ ਦਾ ਵਿਤਕਰਾ ਵੀ ਉਸ ਘਰ ਦੇ ਬੱਚੇ ਤੇ ਸਾਡੇ ਘਰ ਦੇ ਬੱਚੇ ਇਕੱਠੇ ਬਹਿ ਕੇ, ਬੱਚੇ ਜਿੱਥੇ ਬਹਿ ਕੇ ਉੱਥੇ ਰੋਟੀ ਖਾਣ ਲੱਗ ਪਏ। ਉਹ ਕਿਉਂ ਹੋਇਆ? ਕਿਉਂਕਿ ਮਾਵਾਂ ਨੂੰ ਪਤਾ ਹੈ ਵੀ ਜਿੱਦਾਂ ਸਾਡੇ ਬੱਚੇ ਨੇ ਉੱਦਾਂ ਹੀ ਉਹ ਬੱਚੇ ਨੇ। ਮਾਂ ਦਾ ਦਿਲ ਏਡਾ ਵੱਡਾ ਤੇ ਹੋਵੇ, ਮੈਂ ਫਿਰ ਕਹਿ ਰਿਹਾ ਹਾਂ ਠੀਕ ਹੈ ਆਪਣੇ ਬੱਚੇ ਦੀ ਕੇਅਰ ਕਰੇ, ਪਰ ਉਹਦੇ ਅੰਦਰ ਜਿਹੜਾ ਔਰਤ ਵਾਲਾ ਭਾਵ ਹੈ ਨਾ, ਸਾਰੀ ਸ੍ਰਿਸ਼ਟੀ ਨੂੰ, ਕਾਇਨਾਤ ਨੂੰ ਪਿਆਰ ਕਰਨ ਵਾਲਾ, ਇਦਾਂ ਦੀ ਇਸਤਰੀ ਮਹਾਰਾਜ ਕਹਿੰਦੇ ਨੇ ਵੀ ਹੋਵੇ। ਗੁਰਮੁਖ ਸੁਖ ਫਲ ਨਿਹਚੋ ਨਾਰੀ। ਇਹ ਸੁੱਖ ਦੇਣ ਵਾਲੀ ਹੈ, ਇਹ ਪਿਆਰ ਦੇਣ ਵਾਲੀ ਹੈ। ਤੇ ਮੈਂ ਇੱਕ ਉਦਾਹਰਣ ਕਹਿ ਕੇ ਤੇ ਚਲੋ ਅਗਲੀ ਗੱਲ ਕਰਾਂਗਾ, 2-4 ਮਿੰਟ ਆਪ ਜੀ ਦੇ ਹੋਰ ਲਵਾਂਗਾ, ਤੁਸੀਂ ਸੁਣ ਲੈਣਾ ਕਿਰਪਾ ਕਰਕੇ, ਕਿਉਂਕਿ ਉਹ ਫਿਰ ਇਹਦੇ ਨਾਲ ਵਿਸ਼ਾ ਹੈ, ਜੇ ਰਹਿ ਗਿਆ ਤਾਂ ਫਿਰ ਦਿੱਕਤ ਹੋ ਜਾਵੇਗੀ। ਮੈਂ ਨਾਭੇ ਸੀ ਤੇ 3 ਕੁ ਮਹੀਨੇ ਮੈਨੂੰ ਰਹਿਣ ਦਾ ਉੱਥੇ ਸਮਾਂ ਮਿਲਿਆ। ਤੇ ਉਹਨਾਂ ਦੀਆਂ 2 ਬੱਚੀਆਂ ਸੀ, ਉਹ ਭੈਣ ਜੀ ਉਹਨਾਂ ਦੀਆਂ। ਤੇ ਸਵੇਰੇ ਬੱਚਿਆਂ ਨੂੰ ਤਿਆਰ ਕਰਨਾ ਸਕੂਲ ਜਾਣ ਦੇ ਟਾਈਮ ਦੇ ਉੱਤੇ, ਬੱਚੀਆਂ ਨੂੰ ਜਦੋਂ ਉਹਨਾਂ ਨੇ ਤਿਆਰ ਕਰਦੇ ਹੋਣਾ, ਉਹਨੂੰ ਸਿਰ ਵਾਹ ਰਹੇ ਹੋਣਾ, ਪਹਿਲਾਂ ਇੱਕ ਬੱਚੀ ਦਾ ਸਿਰ ਵਾਹੁਣਾ, ਬਾਅਦ 'ਚ ਦੂਜੀ ਬੱਚੀ ਦਾ ਸਿਰ ਵਾਹੁਣਾ। ਤੇ ਜਦੋਂ ਪਹਿਲੀ ਬੱਚੀ ਦਾ ਸਿਰ ਵਾਹੁਣ ਲੱਗਣਾ, ਜਪਜੀ ਸਾਹਿਬ ਸ਼ੁਰੂ ਹੋ ਜਾਣਾ। ਲਗਭਗ ਜਿੰਨਾ ਸਮਾਂ ਮੈਂ ਉੱਥੇ ਰਿਹਾ, ਮੈਂ ਰੋਜ਼ ਵੇਖਦਾ ਹੁੰਦਾ ਸੀ, ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹਨਾਂ ਨੂੰ ਵੀ। ਸਵੇਰੇ ਉੱਧਰੋਂ ਸਿਰ ਵਾਹੁਣਾ ਸ਼ੁਰੂ ਕਰ ਦੇਣਾ ਉਹਨਾਂ ਨੇ ਬੱਚੀਆਂ ਦਾ, ਨਾਲ ਜਪਜੀ ਸਾਹਿਬ ਸ਼ੁਰੂ ਕਰ ਦੇਣਾ। ਸਿਰ ਵਾਹੁੰਦਿਆਂ ਵਾਹੁੰਦਿਆਂ 15 ਪੌੜੀਆਂ ਹੋ ਜਾਣ, 20 ਪੌੜੀਆਂ ਹੋ ਜਾਣ, ਬੱਚਿਆਂ ਨੇ ਨਾਲ ਨਾਲ ਜਪਜੀ ਸਾਹਿਬ ਦਾ ਪਾਠ ਕਰੀ ਜਾਣਾ। ਇਹਦਾ ਕੀ ਫਾਇਦਾ ਹੋਣਾ ਸੀ? ਸਪੈਸ਼ਲ ਟਾਈਮ ਨਹੀਂ ਦੇਣਾ ਪਵੇਗਾ ਜਪਜੀ ਸਾਹਿਬ ਯਾਦ ਕਰਨ ਨੂੰ। ਸਪੈਸ਼ਲ ਟਾਈਮ ਨਹੀਂ ਦੇਣਾ ਪਿਆ ਵੀ ਮੈਨੂੰ ਜੀ ਟਾਈਮ ਨਹੀਂ ਮਿਲਦਾ, ਕੋਈ ਬਹਾਨਾ ਨਹੀਂ ਚੱਲਿਆ। ਬੱਚਿਆਂ ਨੂੰ 2 ਸਾਲਾਂ ਬਾਅਦ, 3 ਸਾਲਾਂ ਬਾਅਦ, ਹੁਣ ਤੇ ਬੱਚੇ ਵੱਡੇ ਹੋ ਗਏ ਨੇ, ਮਹਾਰਾਜ ਕਿਰਪਾ ਕਰੇ ਆਪਣੇ ਆਪ 'ਚ ਜਪਜੀ ਸਾਹਿਬ ਯਾਦ ਹੋ ਗਿਆ। ਤੇ ਜੇ ਮਾਂ ਨੂੰ ਸੋਚ ਹੀ ਨਾ ਆਵੇ ਵੀ ਇਹ ਕੰਮ ਕਰਨਾ, ਤੇ ਫਿਰ ਕਿੱਥੇ ਖੇਡ ਵਾਪਰੇਗੀ? ਮਾਂ ਘੱਟੋ ਘੱਟ ਉੱਦਾਂ ਕਿ ਵੀ ਬੱਚਾ ਬਹਿੰਦਾ ਨਹੀਂ, ਸਿਰ ਵਾਹੁਣ ਨੂੰ ਤੇ ਬਹਿਣਾ ਹੀ ਪੈਣਾ ਨਾ, ਸਿਰ ਲਈ ਤਾਂ ਭੱਜਾ ਨਹੀਂ ਫਿਰੇਗਾ ਨਾ, ਸਿਰ ਵਾਹੁਣ ਲਈ ਤੇ ਕੋਲ ਹੀ ਆਵੇਗਾ। ਉਦੋਂ ਕੀ ਕਰਦੀ ਪਈ ਹੈ ਮਾਤਾ? ਉਦੋਂ ਕਿਉਂ ਨਹੀਂ ਤਿਆਰੀ ਕਰਦੀ ਪਈ? ਇਸ ਕਰਕੇ ਇਹੋ ਜਿਹੀਆਂ ਬੀਬੀਆਂ ਸਾਡੇ ਘਰਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਲਾਗੇ ਬੱਚੇ ਬੈਠਣ ਤੇ ਬੱਚਿਆਂ ਨੂੰ ਪਿਆਰ ਸਿਖਾਉਣ। ਤੇ ਸਿਰਫ ਪਿਆਰ ਹੀ ਨਾ ਸਿਖਾਉਣ, ਉਹਨਾਂ ਦੇ ਅੰਦਰ ਮਨੁੱਖਤਾ ਭਰਨ। ਪੜ੍ਹਾਈ ਬੜੀ ਕਰਾਈ ਜਾ ਰਹੀ ਹੈ, ਮੈਂ ਉਸ ਦਿਨ ਬੇਨਤੀ ਕੀਤੀ ਸੀ ਇਸ ਗੱਲ ਦਾ ਫਿਕਰ ਨਾ ਕਰੋ, ਸਕੂਲਾਂ ਵਾਲਿਆਂ ਨੇ ਇੰਨਾ ਪੜ੍ਹਾ ਦੇਣਾ ਵੀ 10ਵੀਂ ਤੱਕ ਹੀ ਦਿਮਾਗ ਉਹਨਾਂ ਨੇ ਭਰ ਕੇ ਰੱਖ ਦੇਣੇ ਨੇ ਵੀ ਬੰਦੇ ਹੈਰਾਨ ਹੋ ਜਾਂਦੇ ਵੀ ਕਿੰਨਾ ਕੁਝ ਪੜ੍ਹਾਤਾ। ਪੜ੍ਹਾਈ ਦੀ ਘਾਟ ਨਹੀਂ ਹੋਵੇਗੀ, ਘਾਟ ਤੇ ਇਸ ਗੱਲ ਦੀ ਹੈ ਵੀ ਅਸੀਂ ਪਰਿਵਾਰਾਂ ਵਾਲੇ ਮਾਹੌਲ ਪਾ ਲਏ ਨੇ। ਗੱਲ ਇਸ ਗੱਲ ਦੀ ਹੈ, ਗੁਰਮੁਖ ਸੁਖ ਫਲ ਨਿਹਚੋ ਨਾਰੀ। ਉਹ ਜਿਹੜੀ ਇਸਤਰੀ ਹੈ ਨਾ, ਗੁਰਮੁਖ ਇਸਤਰੀ ਜਿਹੜੀ ਹੈ, ਉਹ ਸੁਖ ਫਲ ਪਾਉਣ ਵਾਲੀ ਹੈ। ਇਸਤਰੀਆਂ ਦਾ ਘਾਟਾ ਨਹੀਂ, ਅਸੀਂ ਗੁਰਮੁਖ ਇਸਤਰੀਆਂ ਬਣਨਾ ਹੈ। ਚਾਹੇ ਉਹ ਮੇਰੀ ਮਾਤਾ ਹੋਵੇ, ਮੇਰੀ ਭੈਣ ਹੋਵੇ, ਕੋਈ ਵੀ ਹੋਵੇ, ਇਹਦੇ ਵਿੱਚ ਗੁਰਮੁਖ ਇਸਤਰੀ ਇੱਦਾਂ ਦੀ ਹੈ। ਉਹਦੇ ਬਾਰੇ ਸਾਡੀ ਟ੍ਰੇਨਿੰਗ ਤੇ ਉਹਦੇ ਬਾਰੇ ਸਾਡੀ ਪੜ੍ਹਾਈ ਹੋਣੀ ਚਾਹੀਦੀ ਹੈ। ਪਰ ਇਹਦੇ ਨਾਲ ਹੀ ਇੱਕ ਦੂਸਰਾ ਪਾਸਾ ਹੈ। ਤੇ ਮੈਂ ਇਹ ਕਹਿ ਕੇ ਗੱਲ ਸ਼ੁਰੂ ਕਰਾਂਗਾ, ਜੇਕਰ ਅਸੀਂ ਇਸ ਪਾਸੇ ਨੂੰ ਨਹੀਂ ਨਾ ਬੋਲਾਂਗੇ ਤੇ ਸਮਾਜ ਦੇ ਵਿੱਚ ਅੱਜ ਕੱਲ੍ਹ ਨਾ ਪ੍ਰਮੋਟ ਬੜਾ ਕੀਤਾ ਜਾ ਰਿਹਾ ਇਸ ਚੀਜ਼ ਨੂੰ। ਸ਼ਾਇਦ ਤੁਸੀਂ ਇੱਕ ਨਾਮ ਜਾਣਦੇ ਹੋਵੋਗੇ, ਤਸਲੀਮਾ ਨਸਰੀਨ, ਬੰਗਲਾਦੇਸ਼ ਦੀ ਰਾਈਟਰ ਹੈ। ਤੇ ਉਹ ਥੋੜ੍ਹਾ ਜਿਹਾ ਨਾ ਬੇਬਾਕ ਲਿਖਦੀ ਹੈ। ਜ਼ਰੂਰੀ ਨਹੀਂ ਵੀ ਅਸੀਂ ਹਰ ਇੱਕ ਜਾਣੇ ਦੀ ਹਰ ਇੱਕ ਦੀ ਗੱਲ ਨਾਲ ਸਹਿਮਤ ਹੋਈਏ, ਪਰ ਉਹਨੇ ਪਿੱਛੇ ਜੇ ਬੋਲਿਆ ਸੀ, ਉਹ ਕਹਿੰਦੀ ਵੀ ਜੇ ਤੁਹਾਡੀਆਂ ਬੱਚੀਆਂ ਦਾ ਮਾਡਲ, ਰੋਲ ਮਾਡਲ ਆ ਜਿਹੜੀਆਂ ਨੱਚਣ ਗਾਉਣ ਵਾਲੀਆਂ ਨੇ ਨਾ, ਇਹੋ ਹੀ ਨੇ ਨਾ, ਤੇ ਤੁਸੀਂ ਆਸ ਨਾ ਲਾਓ ਕਿ ਤੁਹਾਡੀਆਂ ਬੱਚੀਆਂ ਖੇਡਾਂ ਦੇ ਵਿੱਚ ਅੱਗੇ ਨਿਕਲ ਜਾਣਗੀਆਂ। ਪਰ ਵੇਖ ਲਓ ਕੌਣ ਹੈ, ਹਰ ਇੱਕ ਨੂੰ, ਹਰ ਤੀਜੇ ਬੱਚੇ ਨੂੰ, ਕਿਸੇ ਨੂੰ ਪਰਸਨਲੀ ਅਟੈਕ ਕਰਕੇ ਨਹੀਂ ਕਹਿੰਦਾ, ਪਰ ਮੈਂ ਵੇਖਦਾ ਹਾਂ
ਕਿੱਡੇ ਬੁਰੇ ਹਾਲਾਤ ਨੇ। ਹਰ ਤੀਜੇ ਬੱਚੇ ਨੂੰ ਨੱਚਣ ਦੀ ਆਦਤ ਪਈ ਹੈ ਤੇ ਹਰ ਤੀਜੇ ਬੱਚੇ ਨੂੰ ਫੈਸ਼ਨ ਕਰਨ ਦੀ ਆਦਤ ਪਈ ਹੈ। ਇਹ ਕਿੱਥੋਂ ਸਿੱਖਿਆ ਹੈ ਬੱਚੇ ਨੇ? ਲੜਕੇ ਘੱਟ ਨਹੀਂ ਨੇ ਇਹਦੇ ਵਿੱਚ, ਉਹ ਉਹਨਾਂ ਦੇ ਵੀ ਸਿਰਾਂ ਨੇ। ਪਰ ਮੈਂ ਬੇਨਤੀ ਇਸ ਕਰਕੇ ਕਰਦਾ ਪਿਆ ਹਾਂ, ਕਿੰਨਾਂ ਨੂੰ ਵੇਖਦੇ ਪਏ ਨੇ? ਉਹਨੇ ਬੋਲਿਆ ਸੀ ਇਸ ਗੱਲ ਨੂੰ, ਔਰ ਪ੍ਰਮੋਟ ਕਿਹਨਾਂ ਨੂੰ ਕੀਤਾ ਜਾ ਰਿਹਾ? ਲੋਕਾਂ ਨੂੰ ਪੈਸਾ ਚਾਹੀਦਾ, ਪਤਾ ਵੀ 5 ਮਿੰਟ ਨੱਚਣ ਦਾ ਕਰੋੜ ਰੁਪਈਆ ਮਿਲ ਜਾਣਾ, ਉਹਨਾਂ ਨੂੰ ਕੀ ਲੱਗੇ? ਬਾਅਦ 'ਚ ਇਸ ਦੁਨੀਆ ਦੇ ਵਿੱਚ ਸਮਝਦੇ ਵੀ ਨਹੀਂ ਆਪਣੇ ਆਪ ਨੂੰ। ਜੇ ਇਹ ਪਾਸੇ ਬੋਲਾਂਗੇ ਨਹੀਂ ਤੇ ਸਾਡੇ ਪੱਲੇ ਕੀ ਰਹਿ ਜਾਵੇਗਾ ਪਿੱਛੇ? ਫਿਰ ਇਹੋ ਕੁਝ ਵੀ ਪੈਸਾ ਹੀ ਜ਼ਿੰਦਗੀ ਦੇ ਵਿੱਚ ਸਭ ਕੁਝ ਰਹਿ ਗਿਆ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਉਂ ਬਹੁ ਮਿੱਤੀ ਵੇਸ਼ਿਆ ਸਭ ਕੁਲੱਖਣ ਪਾਪ ਕਮਾਵੇ। ਚੰਗੀਆਂ ਪਰਿਵਾਰਾਂ ਦੇ ਵਿੱਚ ਤੇ ਗੱਲਾਂ ਕਰਦੇ ਵੀ ਅਸੀਂ ਸ਼ੋਭਾ ਨਹੀਂ ਪਾਉਂਦੇ, ਪਰ ਸੁਸਾਇਟੀ ਦੀ ਗੱਲ ਕਰਦੇ ਹਾਂ, ਇਹ ਸਾਰਾ ਕੁਝ ਬੋਲਣਾ ਪੈਂਦਾ। ਕਹਿੰਦੇ ਜਿੱਦਾਂ ਬਹੁਤੇ ਮਿੱਤਰਾਂ ਵਾਲੀ ਵੇਸ਼ਵਾ ਇਸਤਰੀ ਹੋਵੇ। ਇਹ ਬਿਲਕੁਲ ਹੀ ਉਹਦੇ ਤੋਂ ਉਲਟਾ ਪਾਸਾ ਚੱਲ ਗਿਆ। ਸਭ ਕੁਲੱਖਣ ਪਾਪ ਕਮਾਵੇ, ਸਾਰੇ ਮਾੜੇ ਲੱਛਣ ਤੇ ਪਾਪ ਕਮਾਉਂਦੀ ਰਹਿੰਦੀ ਹੈ। ਔਰ ਅੱਜ ਕੱਲ੍ਹ ਪ੍ਰਮੋਟ ਕੀਤਾ ਜਾ ਰਿਹਾ ਵੀ ਲੈ ਇਹ ਕੋਈ ਗੱਲ ਥੋੜ੍ਹਾ, ਇਹਦੇ ਵਿੱਚ ਬੁਰਾ ਕੀ ਹੈ ਤੇ ਇਹਦੇ ਵਿੱਚ ਚੰਗਾ ਵੀ ਕੀ ਹੈ। ਲੋਕੋਂ ਦੇਸੋਂ ਬਾਹਰੀ ਤੇ ਪੱਖਾਂ ਕਲੰਕ ਲਗਾਵੇ। ਨਾਲੇ ਤੇ ਇਦਾਂ ਦੀ ਖੇਡ ਹੋ ਜਾਂਦੀ ਆ ਵੀ ਲੋਕੀ ਪੜ੍ਹ ਵੀ ਲੈਂਦੇ, ਲੋਕੀ ਗਾਲਾਂ ਵੀ ਕੱਢ ਲੈਂਦੇ ਨੇ, ਲੋਕੀ ਬੁਰਾ ਵੀ ਬੋਲ ਦਿੰਦੇ ਨੇ। ਲੋਕੋਂ ਦੇਸੋਂ ਬਾਹਰੀ, ਲੋਕੀ ਘਰ ਦੇ ਵਿੱਚ ਵੀ ਨਹੀਂ ਵਾੜਦੇ। ਇਕੱਲੇ ਬੰਦੇ ਦੀ ਗੱਲ ਨਹੀਂ ਹੈ, ਜਿਨ੍ਹਾਂ ਇਸਤਰੀਆਂ ਨੂੰ ਇਹ ਆਦਤਾਂ ਪੈ ਗਈਆਂ ਲੋਕੀ ਉਹਨਾਂ ਤੋਂ ਹੀ ਰਾਲਾ ਵੱਟ ਲੈਂਦੇ ਨੇ। ਲੋਕੋਂ ਦੇਸੋਂ ਬਾਹਰੀ ਤੇ ਪੱਖਾਂ ਕਲੰਕ ਲਗਾਵੇ, ਤਿੰਨਾਂ ਪੱਖਾਂ ਨੂੰ ਕਲੰਕ ਲਵਾ ਲਿਆ। ਨਾਨਕਿਆਂ ਦੇ ਵਿੱਚ ਵੀ ਬਦਨਾਮੀ ਕਰਵਾ ਲਈ, ਨਾਨਕੇ ਵੀ ਪਾਸਾ ਤੋੜ ਗਏ। ਦਾਦਕਿਆਂ ਦੇ ਵਿੱਚ ਵੀ ਬਦਨਾਮੀ ਕਰਵਾ ਲਈ, ਤੇ ਦੂਜੇ ਨੰਬਰ ਦੇ ਉੱਤੇ ਜਿਹੜੇ ਘਰ ਦੇ ਵਿੱਚ ਵਿਆਹੀ ਆਈ ਉਸ ਘਰ ਦੇ ਵਿੱਚ ਵੀ ਬਦਨਾਮੀ ਕਰਵਾ ਲਈ। ਮਾਫ਼ ਕਰਨਾ, ਇਹ ਥੋੜ੍ਹਾ ਜਿਹਾ ਸੁਣਨ ਨੂੰ ਵੱਖਰਾ ਲੱਗੇਗਾ, ਪਰ ਜਿਨ੍ਹਾਂ ਨੇ ਕਲੰਕ ਲਵਾਏ ਨੇ ਸੁਸਾਇਟੀ ਦੇ ਵਿੱਚ ਤੁਸੀਂ ਪੜ੍ਹ ਸੁਣ ਲਵੋਗੇ ਉਹਨਾਂ ਦੇ ਬਾਰੇ। ਤੇ ਇਹ ਪੱਖਾਂ ਕਲੰਕ ਲਗਾਵੇ, ਡੋਬੈ ਹੋਰ ਨਾ, ਮੋਹਰਾ ਮਿੱਠਾ ਹੋਏ ਪਚਾਵੇ। ਭਾਈ ਗੁਰਦਾਸ ਸਿੰਘ ਦੇ ਆਪ ਤੇ ਡੁੱਬੀ ਹੈ ਗਲਤ ਕੰਮਾਂ ਦੇ ਵਿੱਚ, ਹੋਰਨਾਂ ਨੂੰ ਵੀ ਨਾਲ ਡੋਬ ਲੈਂਦੀ ਹੈ। ਮੋਹਰਾ ਮਿੱਠਾ ਹੋਏ ਪਚਾਵੇ, ਹੈ ਤੇ ਜ਼ਹਿਰ ਹੈ ਪਰ ਮਿੱਠਾ ਕਰ ਕਰਕੇ ਪਚਾਉਂਦੀ ਹੈ। ਲੋਕਾਂ ਨੂੰ ਲੱਗਦਾ ਵੀ ਇਹਦੇ ਕੋਲ ਜਾਣਾ ਬੜਾ ਮਿੱਠਾ ਕੰਮ ਹੈ ਤੇ ਜ਼ਹਿਰ ਹੀ ਹੈ ਨਾ, ਲੋਕੀ ਖਾਂਦੇ ਨੇ ਤੇ ਲੋਕੀ ਮਿੱਠਾ ਸਮਝ ਕੇ ਖਾਂਦੇ ਨੇ ਇਸ ਜ਼ਹਿਰ ਨੂੰ। ਫਿਰ ਕੰਡਾ ਹੇੜਾ ਮਿਰਗ ਜਿਉਂ ਦੀਪਕ ਹੋਏ ਪਤੰਗ ਜਲਾਵੇ। ਜਿੱਦਾਂ ਹਿਰਨ ਜਿਹੜਾ ਹੈ ਉਹ ਕੰਡੇ ਹੇੜੇ ਦੀ ਆਵਾਜ਼ ਦੇ ਉੱਤੇ ਮੋਹਿਆ ਜਾਂਦਾ ਹੈ, ਜਾਂ ਜਿਹੜਾ ਪਤੰਗਾ ਹੈ ਦੀਵੇ ਦੇ ਉੱਤੇ ਦੌੜਦਾ ਜਾਂਦਾ ਹੈ ਨਾ, ਮਨਮੁਖ ਬੰਦਾ, ਕਪਟੀ ਬੰਦਾ ਇਸ ਤਰ੍ਹਾਂ ਇਹੋ ਜਿਹੀਆਂ ਇਸਤਰੀਆਂ ਦੇ ਕੋਲ ਭੱਜਾ ਜਾਂਦਾ ਹੈ। ਫਿਰ ਦੁਹੀ ਸਰਾਈ ਜਰਦਰੂ ਪੱਥਰ ਬੇੜੀ ਪੂਰ ਡੁਬਾਵੇ। ਦੋਹਾਂ ਸਰਾਵਾਂ ਦੇ ਵਿੱਚ, ਦੋਹਾਂ ਲੋਕਾਂ ਦੇ ਵਿੱਚ, ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਵੀ ਜ਼ਰਦਰੂ, ਪੀਲੇ ਮੂੰਹ ਵਾਲੀ, ਕਿਤੇ ਮਾਣ ਨਹੀਂ ਹੈ। ਇਹ ਸਿਰਫ ਇਹ ਨਾ ਉਹ ਸਾਨੂੰ ਇੰਝ ਲੱਗਦਾ ਵੀ ਵੇਖੋ ਜੀ ਇਹਦੇ ਕੋਲ ਇੰਨਾ ਮਾਣ ਹੈ, ਇਹਦੇ ਕੋਲ ਇੰਨਾ ਮਾਣ ਹੈ। ਕੋਈ ਮਾਣ ਨਹੀਂ ਹੈ ਜ਼ਿੰਦਗੀ ਦਾ। ਇਹ ਬੇਕਾਰ ਜੀਆਂ ਖੇਡਾਂ ਨੇ ਜ਼ਿੰਦਗੀ ਦੀਆਂ। ਕਿ ਸਮਾਂ ਬਣੇਗਾ ਅਸੀਂ ਵਿਚਾਰਾਂਗੇ ਵੀ ਐਂਟਰਟੇਨਮੈਂਟ ਵਾਲਿਆਂ ਦਾ ਖੁਦ ਦਾ ਹਾਲ ਕੀ ਹੈ। ਮਨਮੁਖ ਦੁਹੀ ਸਰਾਈ ਜਰਦਰੂ ਪੱਥਰ ਬੇੜੀ ਪੂਰ ਡੁਬਾਵੇ। ਪੱਥਰ ਦੀ ਬੇੜੀ ਦੇ ਵਿੱਚ ਸਮਝ ਲਓ ਸਵਾਰ ਹੋਈ ਹੈ ਤੇ ਪੂਰਾਂ ਦੇ ਪੂਰੀ ਡੋਬ ਦਿੰਦੀ ਹੈ। ਜੋ ਆਪ ਡੁੱਬੀ ਹੈ ਉਹ ਬਾਕੀਆਂ ਨੂੰ ਵੀ ਡੋਬਦੀ ਪਈ ਹੈ। ਇਕੱਲੀ ਇਸਤਰੀ ਜ਼ਿੰਮੇਵਾਰ ਨਹੀਂ ਹੈ, ਪੁਰਸ਼ ਵੀ ਇਹਦੇ ਵਿੱਚ ਬਰਾਬਰ ਦਾ ਜ਼ਿੰਮੇਵਾਰ ਹੈ, ਪਰ ਗੱਲ ਇਸਤਰੀ ਦੀ ਕੀਤੀ ਜਾ ਰਹੀ ਹੈ। ਮਨਮੁਖ ਮਨ 8 ਖੰਡ ਹੋਏ, ਦੁਸ਼ਟਾ ਸੰਗਤ ਭਰਮ ਭੁਲਾਵੇ। ਤੇ ਕਹਿੰਦੇ ਮਨਮੁਖ ਦਾ ਮਨ ਹੀ ਉੱਥੇ ਜਾ ਕੇ ਚੰਬੜਦਾ, ਮਨਮੁਖ ਨੂੰ ਚੰਗੀ ਉਹ ਲੱਗਦੀ ਹੈ, ਮਨਮੁਖ ਡਿੱਗਦਾ ਹੀ ਉੱਥੇ ਜਾ ਕੇ ਹੈ। ਮਨਮੁਖ ਮਨ 8 ਖੰਡ ਹੋਏ। ਮਨਮੁਖ ਦਾ ਮਨ 8 ਖੰਡ, 8 ਟੋਟੇ ਹੋਇਆ ਹੁੰਦਾ ਹੈ। ਮਤਲਬ ਵਾਰ-ਵਾਰ ਇੱਕ ਥਾਂ ਤੋਂ ਦੂਜੀ ਥਾਂ ਤੇ, ਦੂਜੀ ਥਾਂ ਤੋਂ ਤੀਜੀ ਥਾਂ ਦੇ ਉੱਤੇ ਉਹਨਾਂ ਦੀ ਵੀ ਆਦਤ ਇਹੋ ਹੀ ਰਹਿ ਗਈ। ਦੁਸ਼ਟਾ ਸੰਗਤ ਭਰਮ ਭੁਲਾਵੇ। ਤੇ ਇਹੋ ਜਿਹੀ ਦੁਸ਼ਟਾਂ ਦੀ ਸੰਗਤ ਦੇ ਵਿੱਚ ਪਿਆ ਰਹਿੰਦਾ ਹੈ ਸਾਰੀ ਜ਼ਿੰਦਗੀ। ਵੇਸਵਾ ਪੁੱਤ ਨਿਨਾਉ ਸਦਾਵੇ। ਮਹਾਰਾਜ ਤੰਦਰੁਸਤੀ ਦੇਵੇ। ਮੈਂ ਕਹਿ ਦੇਵਾਂ ਇਹ ਗੱਲਾਂ ਕਰਨੀਆਂ ਵੀ ਔਖੀਆਂ ਨੇ ਤੇ ਸੁਣਨੀਆਂ ਵੀ ਔਖੀਆਂ ਨੇ, ਪਰ ਵਿਸ਼ਾ ਹੈ ਤੇ ਮੈਂ ਕਹਾਂਗਾ ਜਿੰਨਾ ਮਰਜ਼ੀ ਪੈਸਾ ਕਮਾ ਲਵੇ, ਜਿੰਨਾ ਮਰਜ਼ੀ ਨਾਮ ਵੀ ਕਮਾ ਲਵੇ, ਜੇਕਰ ਬੱਚੇ ਨੂੰ ਪਿਤਾ ਦਾ ਨਾਮ ਨਹੀਂ ਨਾ ਮਿਲਦਾ ਤੇ ਸਮਾਜ ਦੇ ਵਿੱਚ ਉਸ ਔਰਤ ਦਾ ਜੋ ਮਾਣ ਸਤਿਕਾਰ ਹੁੰਦਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਲੋਕੀ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਵੇਸਵਾ ਪੁੱਤ ਨਿਨਾਉ ਸਦਾਏ। ਵੇਸਵਾ ਦੇ ਬੱਚੇ ਦਾ ਕੋਈ ਪਿਤਾ ਦਾ ਨਾਂ ਨਹੀਂ ਹੁੰਦਾ, ਤੇ ਪਿਤਾ ਦਾ ਨਾਮ ਨਾ ਹੋਵੇ ਤੇ ਕੀ ਹਾਲਾਤ ਹੁੰਦੇ ਨੇ ਸਮਾਜ ਦੇ ਵਿੱਚ। ਮਹਾਰਾਜ ਕਿਰਪਾ ਕਰੇ, ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਕਿਤੇ ਰੱਬ ਨਾ ਕਰੇ ਪਿਤਾ ਹੋਣ ਤੋਂ ਬਾਅਦ 'ਚ ਬੱਚੇ ਦਾ ਕਿਤੇ ਪਿਤਾ ਚੜ੍ਹਾਈ ਕਰ ਜਾਵੇ ਤੇ ਮਾਤਾ ਇਕੱਲੀ ਬੱਚੇ ਪਾਲਦੀ ਹੋਵੇ, ਲੋਕੀ ਉਹਨੂੰ ਨਹੀਂ ਗੱਲਾਂ ਕਰਨੋਂ ਹਟਦੇ, ਤੇ ਜਿਹਦਾ ਕੰਮ ਹੀ ਇਹ ਹੋਵੇ ਉਹਦਾ ਕੀ ਮਾਣ ਹੋਵੇਗਾ ਸਮਾਜ ਦੇ ਵਿੱਚ। ਔਰ ਮੈਂ ਫਿਰ ਕਹਿ ਦੇਵਾਂ, ਇਕੱਲੀ ਇਸਤਰੀ ਦੀ ਗੱਲ ਨਹੀਂ ਹੈ, ਪੁਰਸ਼ ਨੂੰ ਹਰ ਪਾਸੇ ਤੋਂ ਆਪਣੇ ਬੱਚਿਆਂ ਨੂੰ ਇਸ ਗੱਲ ਦੀ ਤਿਆਰੀ ਦੇ ਕੇ ਰੱਖਣੀ। ਲੜਕੀਆਂ ਦੀ ਵੀ ਖਾਸ ਕਰਕੇ ਇਸ ਪਾਸੇ ਦੀ ਤਿਆਰੀ ਹੋਵੇ। ਇੱਥੇ ਸਿਰਫ ਇਸਤਰੀਆਂ ਦੀ ਗੱਲ ਸੀ ਵੀ ਗੁਰਮੁਖ ਇਸਤਰੀ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਹ ਸਿਧਾਂਤ ਇਸਤਰੀ ਹੋਵੇ
ਪਰ ਗੁਰਮੁਖ ਹੋਵੇ, ਇਸਤਰੀ ਹੋਵੇ ਚੜ੍ਹਦੀ ਕਲਾ ਵਾਲੀ ਹੋਵੇ, ਜਿਹਦੇ ਆਉਣ ਦੇ ਨਾਲ ਘਰ ਦੇ ਵਿੱਚ ਸਿੱਖੀ ਦਾ ਮਾਹੌਲ ਹੋਵੇ। ਤੇ ਦੂਜੇ ਪਾਸੇ ਉਸ ਇਸਤਰੀ ਦੀ ਗੱਲ ਕੀਤੀ ਜਿਹਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਸਾਕ ਸ਼ੁੱਧ ਸਾਕ ਕੁਲੱਖਣੀ, ਨਾਨਕ ਨਾਰੀ ਵਿੱਚ ਕੁਨਾਰ, ਨਾਰੀਆਂ ਦੇ ਵਿੱਚ ਭੈੜੀ ਨਾਰੀ ਹੈ। ਬਹੁਤ ਚੰਗੀਆਂ ਇਸਤਰੀਆਂ ਨੇ, ਮੇਰਾ ਸਿਰ ਝੁਕਦਾ ਹੈ, ਪਰ ਦੂਜੇ ਪਾਸੇ ਉਹਨਾਂ ਦੇ ਬਾਰੇ ਵੀ ਅਸੀਂ ਪੜ੍ਹਦੇ ਸੁਣਦੇ ਰਹਿੰਦੇ ਹਾਂ, ਔਰ ਦੁਨੀਆ ਅੱਖਾਂ ਮੀਟ ਮੀਟ ਕੇ ਉਹਨਾਂ ਦੇ ਪਿੱਛੇ ਤੁਰਦੀ ਫਿਰਦੀ ਹੈ ਵੀ ਇਹੋ ਹੀ ਰਹਿ ਗਈਆਂ ਨੇ ਦੁਨੀਆ ਦੇ ਵਿੱਚ। ਨਹੀਂ, ਇਹਨਾਂ ਤੋਂ ਬਚਣਾ ਹੈ, ਇਹਨਾਂ ਤੋਂ ਆਪਣੇ ਆਪ ਨੂੰ ਪਰੇ ਰੱਖਣਾ ਹੈ। ਸਤਿਗੁਰੂ ਕਿਰਪਾ ਕਰਨ। ਥੋੜ੍ਹਾ ਸਮਾਂ ਆਪ ਜੀ ਦਾ ਜ਼ਿਆਦਾ ਲਿਆ ਹੈ, ਇਸ ਲਈ ਮੈਂ ਮਾफ़ੀ ਮੰਗਦਾ ਹਾਂ। ਸਤਿਗੁਰੂ ਕਿਰਪਾ ਕਰਨ ਜੀ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।